श्री नानक पाद पंकज बंदन पग पंकज बंदना सिमरो अंगद दुख निकंदना अमरदास गुर हृदय त्यामो हृदय त्यामो श्री गुरु रामदास गुण गावो श्री अर्जन बेगनन के नासक बेगनन के नासक श्री हर गोविंद शुभ समत प्रकाशक श्री हर राय नमो कर जोरी नमो कर जोरी श्री हर कृष्ण मनाए बहोरी तेग बहादुर परम कृपाला सतगुर परम कृपाला श्री गुरु गोविंद सिंह बेसाला तारों तारा पर पुन पुन सीसा जी पुन पुन सीसा बंदों बार बार जगदीसा गुरु कहयो तू धन महाना भयो विराग जगत दुख माना पर भाई सिखा मन चीन मूड ना समझै पड़े बहीन वाहिगुरु जी का खालसा वाहिगुरु जी की फतेह। सतगुरां दी साजी नवाजी गुरु की संगत धन गुरु ग्रंथ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬੈਠ ਕੇ ਆਪ ਸੰਗਤ ਨੇ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕੀਤੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਤਿਹਾਸ ਸਰਵਣ ਕਰਨ ਵਾਸਤੇ ਆਪਾਂ ਗੁਰੂ ਦਰਬਾਰ ਵਿੱਚ ਪਹੁੰਚੇ ਹਾਂ। ਸਤਿਗੁਰਾਂ ਨੂੰ ਕਿਸੇ ਸਿੱਖ ਨੇ ਆ ਕੇ ਬੇਨਤੀ ਕੀਤੀ, ਮਹਾਰਾਜ ਮੈਂ ਪੜ੍ਹਿਆ ਲਿਖਿਆ ਨਹੀਂ, ਮੈਂ ਸੰਸਾਰ ਦੇ ਵੱਲੋਂ ਬੜਾ ਦੁਖੀ ਹਾਂ, ਕਿਰਪਾ ਕਰਕੇ ਮੈਨੂੰ ਸੰਸਾਰ ਦੇ ਵੱਲੋਂ ਮੁਕਤ ਕਰ ਦਿਓ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਸਿੱਖ ਦੇ ਬਚਨ ਸੁਣੇ ਵੀ ਇਹ ਮੁਕਤੀ ਦੀ ਦਾਤ ਮੰਗਦਾ ਔਰ ਕਹਿ ਰਿਹਾ ਹੈ ਕਿ ਮੈਂ ਪੜ੍ਹਿਆ ਨਹੀਂ। ਮਹਾਰਾਜ ਸੁਣ ਕੇ ਬਚਨ ਕੀ ਅੱਗੋਂ ਆਖਦੇ ਨੇ, ਉਪਦੇਸ਼ ਦਿੰਦੇ ਹੋ। ਅੱਜ ਆਪਾਂ ਬਚਨ ਸਰਵਣ ਕਰਾਂਗੇ। ਆਓ ਮਨ ਦੇ ਧਿਆਨ ਨੂੰ ਟਿਕਾਈਏ, ਮਿਲ ਕੇ ਆਖੀਏ ਸਤਨਾਮ श्री ਵਾਹਿਗੁਰੂ ਸਾਹਿਬ ਜੀ। गुरु कहयो तू धन महाना। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਸਿੱਖਾ ਤੂੰ ਧਨ ਹੈ, ਤੂੰ ਬਹੁਤ ਮਹਾਨ ਧਨ ਹੈ।
ਸਿੱਖ ਨੇ ਬੇਨਤੀ ਇਹ ਕੀਤੀ ਨਾ ਵੀ ਮਹਾਰਾਜ ਸੰਸਾਰ ਤੋਂ ਮੁਕਤ ਹੋਣ ਦੀ ਆਪ ਜੀ ਕਿਰਪਾ ਕਰੋ ਵੀ ਮੇਰਾ ਕਲਿਆਣ ਹੋਵੇ। ਔਰ ਮਹਾਰਾਜ ਮੈਂ ਪੜ੍ਹਿਆ ਲਿਖਿਆ ਨਹੀਂ, ਅਨਪੜ੍ਹ ਆਦਮੀ ਹਾਂ। ਇਹ ਬਚਨ ਸੁਣ ਕੇ ਮਹਾਰਾਜ ਕਹਿੰਦੇ ਸਿੱਖਾ ਤੂੰ ਧਨ ਹੈ, ਤੂੰ ਬਹੁਤ ਭਾਰੀ ਮਹਾਨ ਧਨ ਹੈ। ਧਨ ਕਿਉਂ ਆਖਿਆ? ਬਖਸ਼ਦੇ ਹਨ ਭਇਓ ਵਿਰਾਗ ਜਗਤ ਦੁਖ ਮਨ। ਸਤਿਗੁਰੂ ਕਹਿਣ ਲੱਗੇ ਜਗਤ ਵਿੱਚ ਵੈਰਾਗ ਵੀ ਕਿਸੇ ਕਿਸੇ ਨੂੰ ਆਉਂਦਾ ਹੈ, ਸਾਰਿਆਂ ਨੂੰ ਵੈਰਾਗ ਨਹੀਂ ਆਉਂਦਾ। ਬਿਰਹਾ ਬਿਰਹਾ ਆਖੀਐ, ਬਿਰਹਾ ਤੂੰ ਸੁਲਤਾਨ, ਜਿਤ ਤਨ ਬਿਰਹੋ ਨਾ ਉਪਜੈ ਸੋ ਤਨ ਜਾਨ ਮਸਾਨ। ਇਹ ਜਿਹੜਾ ਬਿਰਹਾ ਹੈ ਨਾ, ਵਿਛੋੜਾ ਕਹੀਏ ਬਾਦਸ਼ਾਹ ਹੈ। ਜਿੰਨਾ ਚਿਰ ਤੁਹਾਨੂੰ ਇਹ ਨਹੀਂ ਨਾ ਪਤਾ ਲੱਗਦਾ ਵੀ ਮੈਂ ਵਿਛੜਿਆ ਹਾਂ, ਉਹਨਾਂ ਚਿਰ ਮਿਲੋਗੇ ਕਿਵੇਂ? ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਵੈਰਾਗ ਆ ਜਾਵੇ ਕਿ ਮੈਂ ਦੁਨੀਆ ਵਿੱਚ ਕੀ ਲੈਣ ਵਾਸਤੇ ਆਇਆ ਹਾਂ, ਮੈਂ ਮੁਕਤ ਕਿਵੇਂ ਹੋਣਾ ਹੈ, ਜੇ ਇਹ ਹੀ ਗੱਲ ਸਮਝ ਆ ਗਈ ਨਾ ਤੇ ਬੜੀ ਵੱਡੀ ਗੱਲ ਹੈ। ਸਤਿਗੁਰੂ ਕਹਿਣ ਲੱਗੇ ਸਿੱਖਾ ਤੂੰ ਹੈ ਅਨਪੜ੍ਹ ਹੈ, ਪਰ ਤੇਰੇ ਮਨ ਵਿੱਚ ਇਹ ਗੱਲ ਆ ਗਈ ਹੈ ਵੀ ਮੁਕਤ ਹੋ ਜਾਵਾਂ, ਵੈਰਾਗ ਆ ਗਿਆ ਵੀ ਦੁਨੀਆ 'ਚ ਨਾਲ ਕੁਝ ਨਹੀਂ ਜਾਣਾ। ਪਾਤਸ਼ਾਹ ਕਹਿੰਦੇ ਤੂੰ ਬਹੁਤ ਧਨਤਾ ਦੇ ਯੋਗ ਮਹਾਨ ਹੈ। ਪਰ ਭਾਈ ਸਿੱਖਾ ਮਨ ਚੀਨ। ਸਤਿਗੁਰੂ ਕਹਿਣ ਲੱਗੇ ਉਪਦੇਸ਼ ਤੇ ਤੈਨੂੰ ਅਸੀਂ ਦੇਵਾਂਗੇ ਜ਼ਰੂਰ, ਪਰ ਇੱਕ ਬਚਨ ਤੂੰ ਆਪਣੇ ਮਨ ਵਿੱਚ ਜਾਣ ਲੈ। ਇੱਕ ਬਚਨ ਅਸੀਂ ਤੇਰੇ ਨਾਲ ਕਰਦੇ ਹਾਂ, ਇੱਕ ਬਚਨ ਤੂੰ ਚੰਗੀ ਤਰ੍ਹਾਂ ਆਪਣੇ ਮਨ ਵਿੱਚ ਜਾਣਨਾ ਕਰ। ਮੂੜ ਨਾ ਸਮਝੈ ਪੜੇ ਵਿਹੀਨ। ਸਤਿਗੁਰੂ ਕਹਿਣ ਲੱਗੇ ਪੜ੍ਹਾਈ ਤੋਂ ਬਿਨਾ ਮੂਰਖ ਬੰਦਾ ਸਮਝ ਨਹੀਂ ਸਕਦਾ। ਗੁਰਮੁਖੀ ਅੱਖਰ ਜੋ ਹੈ ਭਾਈ ਸਿੰਘ ਸਿੰਘ ਤੇ ਸਿੱਖੇ ਜਾਈ। ਗੁਰੂ ਕਿਆਂ ਸਿੱਖਾਂ ਨੇ ਬਚਨ ਲਿਖੇ ਰਹਿਤਨਾਮਿਆਂ ਦੇ ਵਿੱਚ ਵੀ ਜਿਹੜੇ ਗੁਰਮੁਖੀ ਦੇ ਅੱਖਰ ਨੇ ਨਾ, ਜਿਨ੍ਹਾਂ ਅੱਖਰਾਂ ਵਿੱਚ ਗੁਰਬਾਣੀ ਲਿਖੀ ਹੈ, ਇਹ ਅੱਖਰ ਜ਼ਰੂਰ ਸਿੱਖਣੇ ਚਾਹੀਦੇ ਨੇ। ਅੱਖਰ ਆਉਣਗੇ ਤੇ ਤਾਂ ਹੀ ਬਾਣੀ ਪੜ੍ਹੇਗਾ ਨਾ। ਜੇ ਅੱਖਰ ਲਿਖੇ ਹੀ ਨਹੀਂ ਆਉਂਦੇ ਤੇ ਬਾਣੀ ਕਿਵੇਂ ਪੜ੍ਹੇਗਾ? ਸਤਿਗੁਰੂ ਕਹਿਣ ਲੱਗੇ ਜਿੰਨਾ ਚਿਰ ਬੰਦਾ ਪੜ੍ਹਦਾ ਨਹੀਂ ਉਹਨਾਂ ਚਿਰ ਬੰਦਾ ਮੂਰਖ ਹੈ। ਨਾ ਪੜ੍ਹੇ ਹੋਏ ਨੂੰ ਆਖਿਆ ਜਾਂਦਾ ਅਨਪੜ੍ਹ। ਅਨਪੜ੍ਹ ਤੋਂ ਕੀ ਭਾਵ ਹੈ? ਅਨਪੜ੍ਹ ਤੋਂ ਭਾਵ ਹੁੰਦਾ ਅੰਨ ਦੇ ਪਾੜਨ ਵਾਲਾ, ਅੰਨ ਖਾਣ ਵਾਲਾ, ਉਹਨੂੰ ਕਿਹਾ ਜਾਂਦਾ ਵੀ ਇਹ ਬੰਦਾ ਕੇਵਲ ਅੰਨ ਖਾਣ ਵਾਲਾ ਹੀ ਹੈ, ਅੰਨ ਹੀ ਪਾੜਦਾ ਰਿਹਾ, ਹੋਰ ਕੁਝ ਨਹੀਂ ਕੀਤਾ, ਉਹਨੂੰ ਕਹਿ ਦਿੱਤਾ ਅਨਪੜ੍ਹ ਹੈ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਅਨਪੜ੍ਹ ਬੰਦਾ ਤੇ ਬੈਲ ਬੁੱਧੀ ਹੋਇਆ ਕਰਦਾ ਹੈ, ਜਿੱਧਰ ਨੂੰ ਕਿਸੇ ਨੇ ਲਾ ਦਿੱਤਾ ਤੋਰ ਦਿੱਤਾ ਤੁਰਿਆ ਜਾਏਗਾ, ਆਪਣੇ ਕੋਲ ਵਿਦਿਆ ਹੈ ਹੀ ਕੋਈ ਨਹੀਂ। ਤੇ ਮਹਾਰਾਜ ਕਹਿਣ ਲੱਗੇ ਵੀ ਪੜ੍ਹੇ ਤੋਂ ਬਿਨਾਂ ਤੇ ਬੰਦਾ ਮੂਰਖ ਹੋਇਆ ਕਰਦਾ ਹੈ। ਦੋਹਰਾ ਅਨਪੜ੍ਹ ਅੰਧਾ ਜੋ ਚੱਲੈ ਸਮਝ ਨਾ ਆਵੇ ਕਾਏ। ਸਤਿਗੁਰੂ ਕਹਿਣ ਲੱਗੇ ਜਿਹੜਾ ਅਨਪੜ੍ਹ ਪੁਰਸ਼ ਹੈ ਨਾ, ਉਹ ਅੰਨੇ ਮਨੁੱਖ ਵਰਗਾ ਹੁੰਦਾ। ਅੰਨਾ ਮਨੁੱਖ ਜਿਹੜਾ ਉਹਨੂੰ ਪਤਾ ਨਹੀਂ ਵੀ ਅੱਗੇ ਖੱਡਾ ਹੈ ਕਿ ਟੋਇਆ, ਡਿੱਗ ਵੀ ਸਕਦਾ ਨਿਕਲ ਵੀ ਸਕਦਾ। ਅਨਪੜ੍ਹ ਪੁਰਸ਼ ਵੀ ਇਸੇ ਤਰ੍ਹਾਂ ਦਾ ਹੀ ਹੈ। ਜਿਵੇਂ ਕਿਸੇ ਨੇ ਕਹਿ ਦਿੱਤਾ ਸੱਚ ਹੈ ਕਿ ਝੂਠ ਹੈ, ਉਹਨੂੰ ਇਤਬਾਰ ਹੀ ਕਰਨਾ ਪਵੇਗਾ ਕਿਉਂਕਿ ਉਹ ਆਪ ਨਹੀਂ ਪੜ੍ਹ ਸਕਦਾ। ਅਨਪੜ੍ਹ ਵਿਅਕਤੀ ਜਿਹੜਾ ਹੈ ਉਹ ਅੰਨੇ ਪੁਰਸ਼ ਵਰਗਾ ਹੈ। ਬਾਣੀ ਜਿਸ ਕੀ ਸ਼ੁੱਧ ਹੈ ਤਿਸੈ ਮਿਲੈ ਹਰ ਰਾਏ। ਸਤਿਗੁਰੂ ਕਹਿਣ ਲੱਗੇ ਜਿਹੜਾ ਬੰਦਾ ਬਾਣੀ ਪੜ੍ਹਦਾ ਹੈ ਔਰ ਬਾਣੀ ਪੜ੍ਹਦਾ ਸ਼ੁੱਧ ਤਰੀਕੇ ਦੇ ਨਾਲ, ਉਹਨੂੰ ਪਰਮਾਤਮਾ ਮਿਲਦਾ ਹੈ। ਪਰ ਬਾਣੀ ਤਾਂ ਹੀ ਪੜ੍ਹਾਂਗੇ ਨਾ ਜੇ ਅੱਗੋਂ ਪੜ੍ਹਨੀ ਆਵੇ, ਅੱਖਰ ਪੜ੍ਹਨੇ ਆਉਣਗੇ। ਅੱਖਰ ਲਿਖੇ ਸਹੀ ਗਾਵਾ, ਅੱਖਰ ਲਿਖੇ ਹੋਏ ਤਾਂ ਹੀ ਗਾਵਾਂਗੇ ਜੇ ਪੜ੍ਹਨੇ ਆਉਂਦੇ ਹੋਣ। ਜੇ ਪੜ੍ਹਨੇ ਹੀ ਨਹੀਂ ਆਉਂਦੇ ਤੇ ਬਾਣੀ ਕਿਵੇਂ ਪੜ੍ਹੇਗਾ? ਜਿੰਨਾ ਚਿਰ ਬਾਣੀ ਨਹੀਂ ਪੜ੍ਹੇਗਾ ਮੁਕਤ ਕਿਵੇਂ ਹੋਵੇਗਾ? ਤੇ ਸਿੱਖ ਨੇ ਪਹਿਲਾਂ ਹੀ ਕਿਹਾ ਸੀ ਵੀ ਮਹਾਰਾਜ ਮੈਨੂੰ ਪੜ੍ਹਨਾ ਨਹੀਂ ਆਉਂਦਾ, ਤੇ ਮਹਾਰਾਜ ਕਹਿੰਦੇ ਨਾ ਪੜ੍ਹਨਾ ਤੇ ਫਿਰ ਭਾਈ ਮੁਕਤੀ ਕਿਵੇਂ ਲਵੇਂਗਾ? ਚੌਪਈ ਚਹੀਏ ਪੜ੍ਹਿਓ ਅਲਪ ਕੈ ਘਰੋਂ। ਸਤਿਗੁਰੂ ਪਾਤਸ਼ਾਹ ਕਹਿੰਦੇ ਪੜ੍ਹਨਾ ਜ਼ਰੂਰ ਚਾਹੀਦਾ ਹੈ। ਭਾਵੇਂ ਬੰਦਾ ਥੋੜ੍ਹਾ ਪੜ੍ਹੇ ਤੇ ਭਾਵੇਂ ਬਹੁਤਾ ਪੜ੍ਹੇ, ਥੋੜ੍ਹੀ ਬਹੁਤੀ ਵਿਦਿਆ ਤੇ ਬੰਦੇ ਕੋਲ ਹੋਣੀ ਚਾਹੀਦੀ ਹੈ। ਬੁੱਧ ਸੁਧ ਪਰੈ ਸੁਧਾਰੈ ਮਨੋ। ਕਿਉਂਕਿ ਪੜ੍ਹਨ ਦੇ ਨਾਲ ਬੁੱਧੀ ਸੁਧਰ ਜਾਂਦੀ ਹੈ, ਅਕਲ ਸ਼ੁੱਧ ਹੋ ਜਾਂਦੀ ਹੈ, ਤੇਜ਼ ਹੋ ਜਾਂਦੀ ਹੈ ਤੇ ਮਨ ਵੀ ਸ਼ੁੱਧ ਹੋ ਜਾਂਦਾ ਹੈ। ਪਰ ਇਹ ਸਭ ਕੁਝ ਪੜ੍ਹਾਈ ਦੇ ਨਾਲ ਹੁੰਦਾ ਹੈ। ਗੁਣ ਅਵਗੁਣ ਕਰਬੋ ਅਨਕਰਬੋ। ਕਿਹੜਾ ਚੰਗਾ ਕੰਮ ਹੈ, ਕਿਹੜਾ ਮਾੜਾ ਕੰਮ ਹੈ, ਕਿਹੜਾ ਗੁਣ ਵਾਲਾ ਕੰਮ ਹੈ, ਕਿਹੜਾ ਔਗੁਣ ਵਾਲਾ ਕੰਮ ਹੈ, ਇਹ ਬੰਦੇ ਨੂੰ ਪੜ੍ਹ ਕੇ ਹੀ ਪਤਾ ਲੱਗਦਾ। ਜਿੰਨਾ ਚਿਰ ਬੰਦਾ ਪੜ੍ਹੇਗਾ ਨਹੀਂ ਤੇ ਉਹਨੂੰ ਪਤਾ ਕਿਵੇਂ ਲੱਗੇਗਾ?
ਇਸ ਕਰਕੇ ਕਿਹੜਾ ਕੰਮ ਕਰਨ ਯੋਗ ਹੈ, ਕਿਹੜਾ ਨਹੀਂ ਕਰਨ ਯੋਗ, ਉਹਦੇ ਵਾਸਤੇ ਪੜ੍ਹਾਈ ਜ਼ਰੂਰੀ ਹੈ। ਜਾਣੈ ਸਭ ਕੀ ਸੁਧ ਉਰ ਧਰਬੋ। ਤੇ ਜਿਹੜਾ ਪੜ੍ਹ ਲੈਂਦਾ ਹੈ ਨਾ, ਉਹ ਫਿਰ ਸਾਰਿਆਂ ਦੀ ਖਬਰ ਵੀ ਰੱਖਦਾ ਵੀ ਕਿੱਥੇ ਕੀ ਹੋਇਆ ਤੇ ਕਿਉਂ ਹੋਇਆ, ਉਹਨੂੰ ਇਹ ਸੋਝੀ ਹੁੰਦੀ ਹੈ। ਪੜਨ ਵੇਖੈ ਗੁਣ ਹੈ ਅਨੇਕੂ। ਸਤਿਗੁਰੂ ਕਹਿ ਰਿਹਾ ਵੀ ਪੜਨ ਦੇ ਵਿੱਚ ਬੜੇ ਗੁਣ ਨੇ। ਪੜਨਾ ਚੰਗੀ ਗੱਲ ਹੈ, ਮਾੜਾ ਨਹੀਂ ਹੈ, ਪੜਨਾ ਜ਼ਰੂਰ ਚਾਹੀਦਾ। ਪੜਨ ਦੇ ਵਿੱਚ ਕਈ ਤਰ੍ਹਾਂ ਦੇ ਚੰਗੇ ਗੁਣ ਹਨ। ਸਦਗੁਣ ਪ੍ਰਾਪਤ ਆਦ ਵਿਵੇਕੂ। ਤੇ ਜਦੋਂ ਆਪਾਂ ਪੜ੍ਹਾਈ ਪੜ੍ਹਦੇ ਆ ਨਾ, ਉਹਦੇ ਵਿੱਚੋਂ ਸਤਿਗੁਣ ਸ੍ਰੇਸ਼ਟ ਗੁਣ ਪ੍ਰਾਪਤ ਹੁੰਦੇ। ਇਕੱਲੇ ਸ੍ਰੇਸ਼ਟ ਗੁਣ ਨਹੀਂ, ਉਹਦੇ ਚੋਂ ਵਿਵੇਕ ਵੀ ਮਿਲਦਾ, ਕਿਉਂਕਿ ਗ੍ਰੰਥ ਸਾਰੇ ਅੱਖਰਾਂ ਵਿੱਚ ਹੀ ਲਿਖੇ ਨੇ ਨਾ। ਤੁਸੀਂ ਕੋਈ ਗ੍ਰੰਥ ਪੜ੍ਹਨਾ ਚਾਹੁੰਦੇ ਹੋ, ਪੁਰਾਣ ਪੜ੍ਹਨੀ ਚਾਹੁੰਦੇ ਹੋ, ਕੁਰਾਨ ਪੜ੍ਹਨੀ ਚਾਹੁੰਦੇ ਹੋ, ਸਿਮਰਤੀ ਸ਼ਾਸਤਰ ਪੜ੍ਹਨਾ ਚਾਹੁੰਦੇ ਹੋ, ਗੁਰਬਾਣੀ ਪੜ੍ਹਨੀ ਚਾਹੁੰਦੇ ਹੋ, ਦੁਨੀਆ ਦਾ ਕੋਈ ਗ੍ਰੰਥ ਕਿਤਾਬ ਪੜ੍ਹਨਾ ਚਾਹੁੰਦੇ ਹੋ, ਤੇ ਅੱਖਰਾਂ ਦੇ ਵਿੱਚ ਹੀ ਆ ਨਾ। ਜੇ ਅੱਖਰ ਪੜ੍ਹਨੇ ਆਉਣਗੇ ਤੇ ਤਾਂ ਹੀ ਪੜ੍ਹੇਗਾ। ਇਸ ਕਰਕੇ ਪੜ੍ਹ ਕੇ ਬੰਦੇ ਨੂੰ ਗਿਆਨ ਮਿਲਦਾ ਹੈ। ਜਾਂ ਤੇ ਪੜਨ ਹੈ ਬਹੁਨੀਕਾ। ਇਸ ਕਰਕੇ ਮਹਾਰਾਜ ਕਹਿੰਦੇ ਵੀ ਪੜ੍ਹਨਾ ਬੜੀ ਚੰਗੀ ਗੱਲ ਹੈ, ਪੜ੍ਹਨਾ ਜ਼ਰੂਰ ਚਾਹੀਦਾ ਹੈ, ਪੜ੍ਹਨਾ ਸਭ ਤੋਂ ਚੰਗੀ ਗੱਲ ਹੈ। ਅਨਪੜ੍ਹ ਰਹਿ ਅੰਧ ਨਿਤ ਹੀ ਕਾ। ਪਰ ਜਿਹੜਾ ਬੰਦਾ ਅਨਪੜ੍ਹ ਹੈ ਨਾ, ਹਿਰਦੇ ਦਾ ਅੰਨਾ ਹੀ ਰਹਿੰਦਾ, ਅੰਧ ਵਿਸ਼ਵਾਸ ਵਿੱਚ ਹੀ ਵਿਚਾਰਾ ਰਹਿੰਦਾ। ਜਿਵੇਂ ਕਿਸੇ ਨੇ ਕਿਹਾ ਉਹਨੇ ਉਵੇਂ ਹੀ ਮੰਨ ਲਿਆ, ਆਪ ਉਹ ਫੈਸਲਾ ਨਹੀਂ ਕਰ ਸਕਿਆ, ਕਿਉਂਕਿ ਉਹ ਪੜ੍ਹਿਆ ਹੋਇਆ ਨਹੀਂ ਹੈ। ਇਸ ਕਰਕੇ ਪੜ੍ਹਨਾ ਬੜੀ ਚੰਗੀ ਗੱਲ ਹੈ। ਔਰ ਗੁਰਮੁਖੀ ਪੜਨ ਜੋ ਕਰਨੋ। ਇਸੇ ਤਰ੍ਹਾਂ ਮਹਾਰਾਜ ਕਹਿਣ ਲੱਗੇ ਵੀ ਜਿਹੜੀ ਗੁਰਮੁਖੀ ਪੜ੍ਹਨੀ ਹੈ ਨਾ, ਗੁਰਮੁਖੀ ਭਾਸ਼ਾ ਜਿਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਿਖੀ ਹੈ, ਇਹ ਜਿਹੜੀ ਗੁਰਮੁਖੀ ਪੜ੍ਹਨੀ ਹੈ, ਸਰਬੋਤਮ ਸ਼ੁਭ ਮਤ ਕੋ ਧਰਨੋ। ਇਹ ਸਾਰਿਆਂ ਤੋਂ ਸ੍ਰੇਸ਼ਟ ਭਾਸ਼ਾ ਹੈ, ਇਹਨੂੰ ਪੜ੍ਹਨਾ ਚਾਹੀਦਾ। ਇਹਦੇ ਨਾਲ ਫਿਰ ਗੁਰਬਾਣੀ ਪੜ੍ਹ ਸਕਦਾ ਹੈ। ਜਪਜੀ ਆਦਿਕ ਪੁੰਨ ਉਪਾਵੇਂ। ਕਿਉਂਕਿ ਜੇ ਤੈਨੂੰ ਅੱਖਰ ਪੜ੍ਹਨੇ ਆਉਣਗੇ, ਸਿੱਖ ਨੂੰ ਕਹਿੰਦੇ ਪੈ ਵੀ ਜੇ ਪੜ੍ਹ ਸਕੇਗਾ ਤੇ ਜਪਜੀ ਸਾਹਿਬ ਦਾ ਪਾਠ ਤਾਂ ਹੀ ਕਰੇਗਾ ਨਾ। ਜਪਜੀ ਸਾਹਿਬ ਦਾ ਪਾਠ ਤਾਂ ਕਰੇਗਾ ਜੇ ਤੈਨੂੰ ਅੱਖਰ ਪੜ੍ਹਨੇ ਆਉਣਗੇ। ਪਹਿਲਾਂ ਅੱਖਰ ਪੜ੍ਹਨੇ ਸਿੱਖ, ਫਿਰ ਜਪਜੀ ਸਾਹਿਬ ਦਾ ਪਾਠ ਸਿੱਖ, ਫਿਰ ਜਪਜੀ ਸਾਹਿਬ ਦਾ ਪਾਠ ਕਰ। ਤੇ ਜਦੋਂ ਤੂੰ ਪਾਠ ਕਰੇਗਾ ਤੇ ਉਹਦੇ ਵਿੱਚ ਫਿਰ ਤੇਰੀ ਮੁਕਤੀ ਹੋਵੇਗੀ, ਤੈਨੂੰ ਪੁੰਨ ਪ੍ਰਾਪਤ ਹੁੰਦਾ ਹੈ। ਅਨੇਕ ਜਨਮ ਕੇ ਕਲਖ ਮਿਟਾਵੇਂ। ਤੇ ਸਤਿਗੁਰੂ ਕਹਿਣ ਲੱਗੇ ਵੀ ਇਸ ਕਰਕੇ ਅਨੇਕਾਂ ਜਨਮਾਂ ਦੇ ਜਿਹੜੇ ਪਾਪ ਨੇ ਨਾ, ਉਹ ਖਤਮ ਹੋ ਜਾਂਦੇ, ਅਨੇਕਾਂ ਜਨਮਾਂ ਦੇ ਪਾਪ ਮਿਟ ਜਾਂਦੇ ਹਨ। ਵਿਦਿਆ ਪੜਨ ਗੁਰਮੁਖੀ ਜਾਨੋ। ਇਸ ਕਰਕੇ ਵਿਦਿਆ ਪੜ੍ਹਨੀ ਜ਼ਰੂਰ ਹੈ, ਔਰ ਜ਼ਰੂਰੀ ਵਿਦਿਆ ਦੇ ਨਾਲ ਨਾਲ ਗੁਰਮੁਖੀ ਪੜ੍ਹਨੀ ਅਤਿਅੰਤ ਜ਼ਰੂਰੀ ਹੈ। ਅੱਜ ਸਾਡੇ ਬੱਚੇ ਪੜ੍ਹਦੇ ਨਾ ਬੜੇ ਬੜੇ ਵਧੀਆ ਸਕੂਲ, ਚੰਗੇ ਸਕੂਲਾਂ ਵਿੱਚ ਕਈ ਤਰ੍ਹਾਂ ਦੀ ਭਾਸ਼ਾ ਪੜ੍ਹਾਈ ਜਾਂਦੀ ਹੈ। ਸਾਰੀਆਂ ਭਾਸ਼ਾ ਪੜ੍ਹਨੀਆਂ ਚੰਗੀ ਗੱਲ ਹੈ, ਪਰ ਸਭ ਤੋਂ ਪਹਿਲਾਂ ਜਿਹੜੀ ਪੜ੍ਹਨੀ ਉਹ ਗੁਰਮੁਖੀ ਪੜ੍ਹਨੀ ਹੈ। ਆਪਣੀ ਮਾਤ ਭਾਸ਼ਾ ਨੂੰ ਨਹੀਂ ਛੱਡਣਾ ਹੈ, ਮਾਂ ਬੋਲੀ ਨੂੰ ਨਹੀਂ ਛੱਡਣਾ ਹੈ। ਬਾਕੀ ਜਿੰਨੀਆਂ ਮਰਜ਼ੀ ਭਾਸ਼ਾ ਪੜ੍ਹੋ ਮੁਬਾਰਕ ਹੈ, ਗਿਆਨ ਮਿਲਦਾ ਹੈ, ਪਰ ਆਪਣੀ ਜਿਹੜੀ ਮਾਤ ਭਾਸ਼ਾ, ਮਾਂ ਭਾਸ਼ਾ ਹੈ, ਉਹਨੂੰ ਵੀ ਜ਼ਰੂਰ ਪੜ੍ਹਨਾ ਹੈ। ਪਾਠਕ ਪ੍ਰਾਪਤ ਲਾਭ ਮਹਾਨੋ। ਤੇ ਜਿਹੜਾ ਪੜ੍ਹਦਾ ਹੈ ਨਾ ਭਾਈ, ਉਹਨੂੰ ਫਿਰ ਵੱਡਾ ਲਾਭ ਪ੍ਰਾਪਤ ਹੁੰਦਾ ਹੈ। ਜਾਂ ਤੇ ਅਵਜੇਤਕ ਮਤ ਤੇਰੀ। ਇਸ ਕਰਕੇ ਹੁਣ ਜਿੰਨੀ ਕੁ ਤੇਰੀ ਮਤ ਹੈ, ਉਹਦੇ ਮੁਤਾਬਕ ਅਸੀਂ ਤੈਨੂੰ ਬਚਨ ਕਰਦੇ ਹਾਂ। ਪੜੋ ਭਲੇ ਗੁਰਬਾਕ, ਪੜੋ ਭਲੇ ਗੁਰਮਤ ਲਿਓ ਹੇਰੀ। ਸਤਿਗੁਰੂ ਕਹਿੰਦੇ ਪੜ੍ਹ ਜ਼ਰੂਰ, ਪੜ੍ਹਦਿਆਂ ਪੜ੍ਹਦਿਆਂ ਪੜ੍ਹ ਜਾਵੇਂਗਾ। ਜਦੋਂ ਮਹਾਰਾਜ ਨੇ ਬਚਨ ਆਖਿਆ ਤੇ ਇਹਨੇ ਅੱਗੋਂ ਸਵਾਲ ਕੀਤਾ, ਕਹਿਣ ਲੱਗਾ ਮਹਾਰਾਜ ਹੁਣ ਤੇ ਬੁੱਢਾ ਹੋ ਗਿਆ, 50-60 ਸਾਲ ਦੀ ਉਮਰ ਹੋ ਗਈ ਹੈ, ਆਹ ਕਿਹੜਾ ਟਾਈਮ ਹੈ ਪੜ੍ਹਨ ਦਾ, ਲੋਕ ਹੁਣ ਮਖੌਲ ਕਰਨਗੇ। ਸਾਰੀ ਉਮਰਾਂ ਤੇ ਕੱਢ ਦਿੱਤੀ ਇਹਨੇ, ਹੁਣ ਜਦੋਂ ਦੁਨੀਆ ਤੋਂ ਜਾਣ ਦਾ ਸਮਾਂ ਨੇੜੇ ਆ ਗਿਆ, ਹੁਣੇ ਪੜ੍ਹਨ ਲੱਗ ਪਿਆ। ਮਹਾਰਾਜ ਵੀ ਆ ਕਿਹੜਾ ਟਾਈਮ ਪੜ੍ਹਨ ਦਾ, ਤੇ ਹੁਣ ਕਿਵੇਂ ਪੜ੍ਹ ਸਕਦਾ, ਹੁਣ ਤੇ ਸਰੀਰ ਇੰਨੀ ਤਾਕਤ ਵਾਲਾ ਰਹਿ ਨਹੀਂ ਗਿਆ। ਤੇ ਸਤਿਗੁਰੂ ਕਹਿਣ ਲੱਗੇ ਸਾਡੇ ਨੇੜੇ ਇੱਕ ਟੋਇਆ ਹੈ, ਵਿਖਾਇਆ ਵੀ ਉਹ ਸਾਹਮਣੇ ਟੋਇਆ ਹੈ, ਉਹਦੇ ਵਿੱਚ ਰੋਜ਼ ਇੱਕ ਪੱਥਰ ਸੁੱਟਿਆ ਕਰ ਚੁੱਕ ਕੇ, ਤੇ ਜਦੋਂ ਟੋਇਆ ਭਰ ਗਿਆ ਨਾ ਸਾਡੇ ਕੋਲ ਆ ਜਾਵੇ। ਕਹਿਣ ਲੱਗਾ ਠੀਕ ਹੈ ਮਹਾਰਾਜ। ਰੋਜ਼ ਇੱਕ ਪੱਥਰ ਚੁੱਕਦਾ, ਜਿੰਨਾ ਕੁ ਚੁੱਕ ਸਕਦਾ, ਕਿਲੋ 2 ਕਿਲੋ ਦਾ, 4 ਕਿਲੋ ਦਾ ਚੁੱਕ ਕੇ ਟੋਏ ਵਿੱਚ ਸੁੱਟ ਆਉਂਦਾ। ਕੋਈ ਦਿਨ ਲਗਾਤਾਰ ਸੁੱਟਦਾ ਰਿਹਾ, ਤੇ ਇੱਕ ਦਿਨ ਐਸਾ ਆਇਆ ਉਹ ਟੋਇਆ ਭਰ ਗਿਆ, ਤੇ ਬੜਾ ਖੁਸ਼ ਹੋਇਆ ਵੀ ਮਹਾਰਾਜ ਨੇ ਆਖਿਆ ਟੋਇਆ ਭਰਿਆ ਤੇ ਸਾਡੇ ਕੋਲ ਆਈ। ਹੁਣ ਮੈਂ ਮਹਾਰਾਜ ਦੇ ਕੋਲ ਜਾਂਦਾ, ਸਤਿਗੁਰਾਂ ਦੇ ਕੋਲ ਗਿਆ। ਮਹਾਰਾਜ ਤੁਸੀਂ ਆਖਿਆ ਸੀ ਪੱਥਰ ਸੁੱਟ ਕੇ ਟੋਇਆ ਭਰਨਾ ਹੈ, ਮੈਂ ਇੱਕ ਇੱਕ ਪੱਥਰ ਸੁੱਟ ਕੇ ਟੋਇਆ ਭਰ ਦਿੱਤਾ।
ਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਜਿਵੇਂ ਉਹ ਏਡਾ ਵੱਡਾ ਟੋਇਆ ਤੂੰ ਇੱਕ ਇੱਕ ਪੱਥਰ ਸੁੱਟ ਕੇ ਭਰਿਆ ਹੈ, ਗੁਰਮੁਖਾ ਜੇ ਰੋਜ਼ ਦਾ ਇੱਕ ਇੱਕ ਅੱਖਰ ਵੀ ਸਿੱਖ ਲੈਂਦਾ ਤੇ ਅੱਜ ਨੂੰ ਤੂੰ ਸਾਰੇ ਅੱਖਰ ਸਿੱਖ ਜਾਣੇ। ਤੂੰ ਆਖਿਆ ਨਾ ਮੈਂ ਕਿਵੇਂ ਕਰਾਂਗਾ, ਕਿਵੇਂ ਹੋ ਸਕਦਾ, ਤੇ ਟੋਇਆ ਵੀ ਤੇ ਭਰਿਆ ਹੈ ਨਾ ਪੱਥਰ ਸੁੱਟ ਸੁੱਟ ਕੇ। ਤੇ ਜੇ ਉਹਦੇ ਨਾਲ ਇੱਕ ਇੱਕ ਅੱਖਰ ਸਿੱਖਦਾ, ਜ਼ਰੂਰੀ ਨਹੀਂ ਵੀ ਅੱਜ ਹੀ ਆਪਾਂ ਸਾਰਾ ਕੁਝ ਸਿੱਖ ਕੇ ਚਲੇ ਜਾਣਾ, ਇੱਕ ਇੱਕ ਅੱਖਰ ਵੀ ਤੂੰ ਸਿੱਖ ਲੈਂਦਾ ਤੇ ਪਾਤਸ਼ਾਹ ਕਹਿੰਦੇ ਤੂੰ ਸਿੱਖ ਜਾਣਾ ਸੀ। ਜਦੋਂ ਇਹ ਬਚਨ ਕੀਤਾ ਤੇ ਫਿਰ ਮੰਨ ਗਿਆ, ਕਹਿਣ ਲੱਗਾ ਮਹਾਰਾਜ ਠੀਕ ਹੈ, ਫਿਰ ਮੈਨੂੰ ਪੜ੍ਹਾਓ, ਆਪ ਜੀ ਕਿਰਪਾ ਕਰੋ, ਮੈਂ ਪੜ੍ਹਨਾ ਚਾਹੁੰਦਾ। ਤੇ ਮਹਾਰਾਜ ਫਿਰ ਉਸ ਵੇਲੇ ਤਵਹਿ ਗ੍ਰੰਥੀ ਗੁਰੂ ਹਕਾਰਿਓ, ਸਤਿਗੁਰੂ ਪਾਤਸ਼ਾਹ ਨੇ ਗੁਰੂ ਕਾ ਜਿਹੜਾ ਵਜ਼ੀਰ ਸਿੱਖ ਸੀ ਨਾ, ਗੁਰਬਾਣੀ ਪੜ੍ਹਨ ਵਾਲਾ, ਗੁਰੂ ਕਾ ਗ੍ਰੰਥੀ, ਮਹਾਰਾਜ ਨੇ ਉਹਨੂੰ ਬੁਲਾਇਆ। ਕਹਿਣ ਲੱਗੇ ਜਾਓ ਸਾਡੇ ਵਜ਼ੀਰ ਨੂੰ ਬੁਲਾ ਕੇ ਲਿਆਓ, ਜੋ ਸਵੇਰੇ ਨਿਤਨੇਮ ਕਰਦਾ, ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਦਾ, ਜਿਹੜਾ ਬਾਣੀ ਸੁਣਾਉਂਦਾ ਸੰਗਤ ਨੂੰ, ਗੁਰੂ ਕੇ ਵਜ਼ੀਰ ਨੂੰ, ਗ੍ਰੰਥੀ ਨੂੰ ਬੁਲਾ ਕੇ ਲਿਆਓ। ਤੇ ਸਤਿਗੁਰੂ ਜੀ ਉਸ ਸਿੱਖ ਨੂੰ ਆਪਣੇ ਕੋਲ ਬੁਲਾਇਆ ਹੈ। ਸਿੱਖ ਕਉ ਸੌਂਪਤ ਬਾਕ ਉਚਾਰੇ, ਇਹ ਜਿਹੜਾ ਸਿਆਣੀ ਉਮਰ ਦਾ ਸਿੱਖ ਸੀ ਨਾ, ਜਿਹੜਾ ਕਹਿੰਦਾ ਮੈਂ ਪੜ੍ਹ ਨਹੀਂ ਸਕਦਾ, ਮਹਾਰਾਜ ਨੇ ਇਹਦੀ ਬਾਂਹ ਗ੍ਰੰਥੀ ਸਿੰਘ ਨੂੰ ਫੜਾ ਦਿੱਤੀ, ਵਜ਼ੀਰ ਨੂੰ। ਕਹਿਣ ਲੱਗੇ ਭਾਈ ਇਸ ਦੀ ਬਾਂਹ ਅਸੀਂ ਤੈਨੂੰ ਫੜਾਈ ਹੈ, ਇਹ ਤੈਨੂੰ ਸੌਂਪ ਦਿੱਤਾ ਹੈ। ਤੇ ਨਾਲ ਬਚਨ ਕਰਦੇ ਹਨ, ਕਰਕੇ ਪ੍ਰੇਮ ਪੜਾਵੋ ਇਸ ਨੂੰ ਪ੍ਰੇਮ ਦੇ ਨਾਲ ਪੜ੍ਹਾਓ। ਇੱਕ ਇੱਕ ਅੱਖਰ ਜਿੰਨਾ ਵੀ ਇਹ ਸਿੱਖ ਸਕਦਾ ਹੈ, ਅੱਧਾ ਅੱਖਰ ਸਿੱਖੇ, ਇੱਕ ਅੱਖਰ ਸਿੱਖੇ, 10 ਦਿਨ ਵੱਧ ਲੱਗ ਜਾਣ, ਘੱਟ ਲੱਗ ਜਾਣ, ਕੋਈ ਗੱਲ ਨਹੀਂ, ਪਰ ਬੜੇ ਪ੍ਰੇਮ ਦੇ ਨਾਲ ਇਹਨੂੰ ਗੁਰਮੁਖੀ ਪੜਾਉਣੀ ਕਰੋ। ਜਗ ਤੇ ਕੁਛ ਵਿਰਾਗ ਹੈ ਜਿਸ, ਇਸ ਨੂੰ ਸੰਸਾਰ ਵੱਲੋਂ ਵਿਰਾਗ ਪੈਦਾ ਹੋਇਆ ਵੀ ਦੁਨੀਆ ਤੋਂ ਮਰ ਕੇ ਜਾਣਾ ਤੇ ਕੁਝ ਨਹੀਂ ਹੈ, ਨਾਲ ਜਿਹੜੀ ਮੈਂ ਬੰਦਗੀ ਕਰ ਲਵਾਂਗਾ ਮੇਰੇ ਨਾਲ ਉਹ ਜਾਣੀ ਹੈ। ਇਹਨੂੰ ਵਿਰਾਗ ਆਇਆ ਇਹਦੇ ਮਨ ਦੇ ਵਿੱਚ, ਤੇ ਇਹਦੇ ਵਿਰਾਗ ਦਾ ਆਪਾਂ ਲਾਹਾ ਲਈਏ, ਇਸ ਕਰਕੇ ਉਹਨੂੰ ਪੜਾਉਣਾ ਕਰੀਏ। ਆਏ ਸਮਾਨ ਸੰਗ ਲੈ ਗਏ। ਉਹ ਜਿਹੜਾ ਗੁਰੂ ਕਾ ਗ੍ਰੰਥੀ ਸਿੰਘ ਸੀ ਨਾ, ਨਿਤਨੇਮ ਅੰਮ੍ਰਿਤ ਵੇਲੇ ਸੁਣਾਉਣ ਵਾਲਾ ਸੰਗਤ ਨੂੰ, ਗੁਰੂ ਕਾ ਵਜ਼ੀਰ, ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਚਨ ਮੰਨਿਆ ਤੇ ਇਸ ਸਿੱਖ ਨੂੰ ਨਾਲ ਲੈ ਗਿਆ। ਕਹਿਣ ਲੱਗਾ ਚੱਲ ਭਾਈ ਫਿਰ ਮੇਰੇ ਨਾਲ, ਮੇਰੇ ਆਸਣ ਤੇ ਚੱਲ, ਜਿੱਥੇ ਮੈਂ ਰਹਿੰਦਾ ਮੈਂ ਤੈਨੂੰ ਰੋਜ਼ ਪੜ੍ਹਾਇਆ ਕਰਾਂਗਾ। ਨਾਲ ਲੈ ਗਿਆ ਹੈ। ਤਖਤੀ ਲੀਕ ਸਿਖਾਵਤ ਭਇਓ, ਉਸ ਵੇਲੇ ਤਖਤੀ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਫੱਟੀ, ਪਹਿਲੇ ਸਮੇਂ ਵਿੱਚ ਬੱਚਿਆਂ ਨੂੰ ਫੱਟੀਆਂ ਦੇ ਉੱਪਰ ਲਿਖਾਇਆ ਜਾਂਦਾ ਸੀ। ਇੱਕ ਫੱਟੀ ਉਸਨੇ ਲਈ ਤੇ ਫੱਟੀ ਇਹਦੇ ਹੱਥ ਵਿੱਚ ਫੜਾਈ ਤੇ ਫੜਾ ਕੇ ਤੇ ਉਸ ਵੇਲੇ ਸਿਖਾਉਣ ਲੱਗਾ ਹੈ। 35 ਪੁਨ ਮੁਹਾਰਨੀ ਵਿਖੇ, ਪਹਿਲਾਂ ਤੇ ਉਸ ਫੱਟੀ ਦੇ ਉੱਪਰ 35 ਅੱਖਰ ਸਿਖਾਏ। ਊੜਾ ਕਿਵੇਂ ਕਹਿਣਾ, ਐੜਾ ਕਿਵੇਂ ਕਹਿਣਾ, ਈੜੀ ਕਿਵੇਂ ਆਖਣੀ ਹੈ, ਈੜੀ ਹੁੰਦੀ ਕਿਵੇਂ ਦੀ ਹੈ, ਉਹਦੀ ਪਛਾਣ ਵਿਖਾਈ ਵੀ ਜੇ ਆਹ ਅੱਖਰ ਆ ਜਾਵੇ ਈੜੀ ਹੈ, ਆ ਜਾਵੇ ਤੇ ਊੜਾ ਹੈ। ਪਹਿਲਾਂ ਤੇ ਉਹ 35 ਅੱਖਰ ਸਿਖਾਏ। ਜਦੋਂ 35 ਅੱਖਰ ਇੱਕ ਇੱਕ ਦਿਨ ਕਰਦਿਆਂ ਪੜ੍ਹਨੇ ਆ ਗਏ ਤੇ ਫਿਰ ਆਖਿਆ ਵੀ ਹੁਣ ਇਹਨਾਂ ਨੂੰ ਲਗਾ ਮਾਤਰਾ ਕਿਵੇਂ ਲਾਉਣੀਆਂ। 12 ਲਗਾ ਮਾਤਰਾ ਨੇ ਪੰਜਾਬੀ ਦੇ ਵਿੱਚ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਮੁਹਾਰਨੀ, ਜਿਹਨੂੰ ਕਹਿ ਦਿੰਦੇ ਹਾਂ ਵਰਣਮਾਲਾ। ਫਿਰ ਉਹ ਸਿਖਾਈਆਂ। ਕੱਕੇ ਨੂੰ ਕੰਨਾ ਕੀ ਹੁੰਦਾ, ਕੱਕੇ ਨੂੰ ਸਿਹਾਰੀ ਕੀ ਹੁੰਦਾ, ਕੱਕੇ ਨੂੰ ਕੰਨਾ ਕਾ, ਕੱਕੇ ਨੂੰ ਬਿਹਾਰੀ ਕੀ, ਕੱਕੇ ਨੂੰ ਸਿਹਾਰੀ ਕੇ ਬਚਨ ਆ ਗਿਆ ਨਾ। ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਹੋ ਨਾ, ਮਹਾਰਾਜ ਲਿਖਿਆ ਫੇਰ ਕੇ ਅੱਗੇ ਰੱਖੀ ਹੈ, ਕੱਕੇ ਨੂੰ ਸਿਹਾਰੀ ਪਾ ਕੇ। ਪਰ ਆਪਾਂ ਜਿੰਨੇ ਵੀ ਪੜ੍ਹਦੇ ਆ ਨਾ ਜਪਜੀ ਸਾਹਿਬ ਦਾ ਪਾਠ, ਉੱਥੇ ਅਸੀਂ ਕੱਕੇ ਨੂੰ ਸਿਹਾਰੀ ਨਹੀਂ ਲਾਉਂਦੇ, ਕੱਕੇ ਨੂੰ ਲਾਵਾਂ ਲਾਈ ਦੀ ਹੈ, ਫੇਰ ਕੇ ਅੱਗੇ ਰੱਖੀ ਹੈ। ਉੱਥੇ ਕੇ ਨਹੀਂ ਹੈ, ਉੱਥੇ ਕੱਕੇ ਨੂੰ ਸਿਹਾਰੀ ਕੇ ਹੈ, ਫੇਰ ਕੇ। ਉਹ ਇੱਕ ਪ੍ਰਸ਼ਨ ਮਾਰਗ ਹੈ। ਜਿਵੇਂ ਆਪਾਂ ਕਿਸੇ ਨੂੰ ਸਵਾਲ ਪੁੱਛੀਦਾ, ਜਿਵੇਂ ਆਪਾਂ ਆਖੀਏ ਵੀ ਆਹ ਕੰਮ ਕਿਵੇਂ ਕਰਨਾ ਹੈ ਜਾਂ ਮੈਂ ਕਿਵੇਂ ਕਰ ਸਕਦਾ, ਫਿਰ ਕੇ ਅੱਗੇ ਰੱਖੀਏ। ਫਿਰ ਕਿਹੜੀ ਚੀਜ਼, ਸਵਾਲ ਹੈ, ਕਿਹੜੀ ਚੀਜ਼ ਰੱਖੀਏ। ਜਿਤ ਦਿਸੈ ਦਰਬਾਰ, ਜਿਹਦੇ ਕਰਕੇ ਪ੍ਰਮਾਤਮਾ ਦਾ ਦਿਦਾਰਾ ਹੋਵੇ। ਅੱਗੇ ਫਿਰ ਮਹਾਰਾਜ ਨੇ ਆਖਿਆ ਮੋਹ ਕੇ ਬੋਲਣ ਬੋਲੀਏ। ਦੂਜੀ ਪੰਕਤੀ ਦੇ ਵਿੱਚ ਵੀ ਮਹਾਰਾਜ ਨੇ ਕੱਕੇ ਨੂੰ ਸਿਹਾਰੀ ਹੀ ਲਾਈ ਹੈ, ਉਹ ਵੀ ਇੱਕ ਸਵਾਲ ਹੈ। ਮਹਾਰਾਜ ਮੋਹ ਨਾਮ ਮੂੰਹ ਦਾ, ਮੂੰਹ ਤੋਂ ਕਿਹੜਾ ਬਚਨ ਬੋਲੀਏ, ਮੋਹ ਕੇ ਬੋਲਣ ਬੋਲੀਏ। ਪਰ ਉੱਥੇ ਵੀ ਅਸੀਂ ਕੱਕੇ ਨੂੰ ਲਾਵਾਂ ਹੀ ਲਾਉਂਦੇ ਹਾਂ, ਉਹਨੂੰ ਲੰਮਾ ਹੀ ਕਰਦੇ ਹਾਂ, ਮੋਹ ਕੇ ਬੋਲਣ ਬੋਲੀਏ। ਉਹ ਕੇ ਨਹੀਂ ਹੈ, ਕੱਕੇ ਨੂੰ ਸਿਹਾਰੀ ਕੇ ਹੈ, ਉਹਨੂੰ ਛੋਟਾ ਕਰਨਾ, ਉਹ ਇੱਕ ਕੁਐਸਚਨ ਮਾਰਗ ਹੈ।
ਇੰਨਾ ਸਮਾਂ, ਇੰਨੇ 100 ਸਾਲ ਹੋ ਗਿਆ ਬਾਣੀ ਲਿਖਿਆ, ਸਾਨੂੰ ਅਜੇ ਤੱਕ ਨਹੀਂ ਪੜ੍ਹਨੀ ਆਈ। ਤੇ ਇਹ ਤੇ ਸਿੱਖ ਵਿਚਾਰਾ ਸਾਡੇ ਤੋਂ ਕਈ 100 ਸਾਲ ਪਹਿਲਾਂ ਹੋਇਆ। ਸਤਿਗੁਰਾਂ ਨੇ ਭੇਜਿਆ ਨਾਲ, ਕਹਿਣ ਲੱਗੇ ਵੀ ਇਹਨੂੰ ਪਹਿਲਾਂ ਊੜਾ ਐੜਾ ਸਿਖਾਓ। ਸਿਖਾਇਆ ਗਿਆ। ਆਪਾਂ ਭਾਵੇਂ ਕਿੰਨਾ ਵੀ ਪੜ੍ਹੇ ਲਿਖੇ ਹਨ, ਕਿੱਡੀ ਵੱਡੀ ਨੌਕਰੀ 'ਤੇ ਵੀ ਲੱਗੇ ਆ, ਸਾਡੇ ਸਾਰਿਆਂ ਵਿੱਚੋਂ ਮੈਨੂੰ ਨਹੀਂ ਲੱਗਦਾ ਵੀ ਕੋਈ ਊੜਾ ਐੜਾ ਵੀ ਸੁਣਾ ਸਕੇ। ਅਜੇ ਕਿ ਸਾਡੀ ਇਹ ਮਾਤ ਭਾਸ਼ਾ ਹੈ, ਮਾਂ ਬੋਲੀ ਹੈ, ਸ਼ੁੱਧ ਤਰੀਕੇ ਨਾਲ ਸਾਨੂੰ ਊੜਾ ਐੜਾ ਨਹੀਂ ਪੜ੍ਹਨਾ ਆਉਂਦਾ। ਊੜਾ ਐੜਾ ਪੜ੍ਹਦਿਆਂ ਕੁਝ ਮੁਹਾਰਨੀ ਦੇ ਉਹ ਅੱਖਰ ਨੇ, 35 ਅੱਖਰ, ਜਿਹੜੇ ਸਾਡੇ ਕੋਲੋਂ ਬੋਲੇ ਹੀ ਨਹੀਂ ਜਾਣਗੇ। ਜਿਵੇਂ ਸ਼ਬਦ ਆ ਜਾਂਦਾ ngੰਗਾ, ਅੰਗਾਂ ਹੀ ਬੋਲੀ ਜਾਣਗੇ, ਸਿੱਖਿਆ ਹੀ ਨਹੀਂ, ਉਹ ਮੂੰਹ ਚੋਂ ਨਿਕਲਦਾ ਹੀ ਨਹੀਂ ਹੈ। ਦੂਜਾ ਸ਼ਬਦ ਆ ਜਾਂਦਾ ñੰñਾ, ñੰñਾ ਵੀ ਨਹੀਂ ਬੋਲਿਆ ਜਾਂਦਾ, ਉਹਨੂੰ ñੰñਾ ਹੀ ਬੋਲ ਕੇ ਕੰਮ ਚਲਾ ਲਈਦਾ। ਸਾਡੇ ਵਿੱਚੋਂ ਬਹੁਤਾਤ ਉਹ ਨੇ ਜਿਨ੍ਹਾਂ ਨੂੰ ਊੜਾ ਐੜਾ ਬੋਲਣਾ ਨਹੀਂ ਆਉਂਦਾ। ਵੈਸੇ ਅਸੀਂ ਆਪਣੇ ਆਪ ਨੂੰ ਬੜੇ ਵੱਡੇ ਕਹਾਉਂਦੇ ਹਾਂ ਵੀ ਮੈਂ ਬੜਾ ਵੱਡਾ ਗਿਆਨੀ ਹਾਂ, ਮੈਨੂੰ ਬੜਾ ਗਿਆਨ ਹੈ, ਮੈਨੂੰ ਬੜੀ ਸੋਝੀ ਹੈ, ਮੈਨੂੰ ਬੜੀਆਂ ਭਾਸ਼ਾ ਆਉਂਦੀਆਂ। ਬੜੀਆਂ ਭਾਸ਼ਾ ਵਾਲੇ ਨੂੰ ਆਪਣੀ ਮਾਂ ਭਾਸ਼ਾ ਨਹੀਂ ਆਉਂਦੀ ਹੈ। ਇਹ ਤਰਾਸਦੀ ਹੈ, ਇਹ ਘਾਟਾ ਹੈ, ਇਹ ਮਾੜੀ ਗੱਲ ਹੈ, ਮਾੜਾ ਸਮਾਚਾਰ ਹੈ ਸਾਡੇ ਵਾਸਤੇ ਕਿ ਇੰਨੀ ਉਮਰਾਂ ਹੋ ਗਈ, ਇੰਨੀਆਂ ਡਿਗਰੀਆਂ ਕਰ ਲਈਆਂ, ਪਰ ਊੜਾ ਐੜਾ ਹੀ ਨਹੀਂ ਸਿੱਖ ਸਕੇ। ਨਹੀਂ ਸਾਨੂੰ ਪੜ੍ਹਨਾ ਆਉਂਦਾ। ਅਤੇ ਉਸ ਤੋਂ ਬਾਅਦ ਵਿੱਚ ਸਾਨੂੰ ਮੁਹਾਰਨੀ ਪੜ੍ਹਨੀ ਨਹੀਂ ਆਉਂਦੀ ਹੈ। ਕੱਕੇ ਨੂੰ ਕੰਨਾਂ ਦਾ ਕੀ ਮਤਲਬ ਹੈ, ਸਿਹਾਰੀ ਬਿਹਾਰੀ ਦਾ ਕੀ ਮਤਲਬ ਹੈ, ਉਹਨਾਂ ਦੀ ਆਵਾਜ਼ ਕੀ ਹੈ, ਕੋਈ ਨਹੀਂ ਆਉਂਦਾ। 100 ਬੰਦਾ ਪਾਠ ਕਰਦਾ, ਉਹਦੇ ਵਿੱਚੋਂ 99 ਬੰਦੇ ਜਿਹੜੇ ਗਲਤ ਪਾਠ ਕਰਦੇ। ਲਗਾ ਮਾਤਰਾ ਆਉਂਦੀ ਨਹੀਂ, ਲਾਉਣੀ ਕਿਵੇਂ? ਆ ਹੁਣੇ ਹੀ ਬਚਨ ਆਪਾਂ ਸਰਵਣ ਕੀਤਾ ਨਾ, ਆਪ ਸਾਰੇ ਹੀ ਜਪਜੀ ਸਾਹਿਬ ਦਾ ਪਾਠ ਕਰਦੇ ਹੋਵੋ, ਤੇ ਸਾਰੇ ਇਸੇ ਤਰ੍ਹਾਂ ਹੀ ਕਰਦੇ ਜਿਵੇਂ ਮੈਂ ਤੁਹਾਨੂੰ ਹੁਣੇ ਦੱਸਿਆ। ਪਤਾ ਹੀ ਨਹੀਂ ਹੈ ਵੀ ਕੱਕੇ ਦੀ ਸਿਹਾਰੀ ਨੇ ਆਵਾਜ਼ ਕੀ ਦੇਣੀ ਹੈ ਤੇ ਲਾਵਾਂ ਨੇ ਆਵਾਜ਼ ਕੀ ਦੇਣੀ ਹੈ, ਤੇ ਫਿਰ ਗਲਤੀ ਹੋ ਗਈ ਨਾ। ਉਹ ਗਲਤੀ ਸਾਰੀ ਉਮਰ ਬਣੀ ਰਹਿਣੀ ਹੈ। ਇਹ ਸਾਡਾ ਹਾਲ ਨਹੀਂ ਹੈ। ਵੱਡੇ ਵੱਡੇ ਜਿਹੜੇ ਧਰਮ ਦੇ ਮੁਖੀ ਨੇ ਨਾ, ਉਹਨਾਂ ਦਾ ਵੀ ਇਹੋ ਹਾਲ ਹੀ ਹੈ। ਵੱਡਿਆਂ ਵੱਡਿਆਂ ਸਥਾਨਾਂ 'ਤੇ ਜਿਹੜੇ ਰਾਗੀ ਕੀਰਤਨ ਕਰਦੇ, ਜਿਹੜੇ ਗ੍ਰੰਥੀ ਨਿਤਨੇਮ ਕਰਦੇ, ਸਾਰੇ ਆਪਣੇ ਵਰਗੇ ਹੀ ਨੇ। ਉਹ ਵੀ ਬਸ ਜਿਵੇਂ ਸੁਣਿਆ ਸੁਣਾਇਆ ਉਵੇਂ ਹੀ ਚੱਲਦਾ ਪਿਆ। ਸਿੱਖਣਾ ਬਹੁਤ ਔਖਾ ਹੈ। ਸਤਿਗੁਰਾਂ ਨੇ ਉਹਦੇ ਕੋਲ ਭੇਜਿਆ, ਉਹ ਕਹਿਣ ਲੱਗਾ ਵੀ ਗੁਰੂ ਦੀ ਡਿਊਟੀ ਮੈਨੂੰ ਗੁਰੂ ਨੇ ਡਿਊਟੀ 'ਤੇ ਲਾਇਆ। ਮੈਂ ਤੇ ਭਾਈ ਹੁਣ ਤੈਨੂੰ ਚੰਗੇ ਤਰੀਕੇ ਨਾਲ ਹੀ ਸਿਖਾਵਾਂਗਾ। ਦਿਨ ਭਾਵੇਂ 10 ਲੱਗ ਜਾਣ ਤੇ ਭਾਵੇਂ ਮਹੀਨਾ ਲੱਗ ਜਾਵੇ, ਮੈਂ ਤੇ ਸਿਖਾਵਾਂਗਾ ਵੀ ਤੇਰਾ ਸਾਰੀ ਉਮਰ ਦਾ ਤੈਨੂੰ ਕਦੇ ਭੁਲੇਖਾ ਨਹੀਂ ਪਵੇਗਾ, ਕਦੇ ਬਾਣੀ ਗਲਤ ਨਹੀਂ ਪੜ੍ਹੇਗਾ। ਸਾਡੇ ਕੋਲ ਵੀ ਇੱਥੇ ਆਉਂਦੇ ਬੱਚੇ ਸੱਥਿਆ ਕਰਨ ਵਾਸਤੇ, ਤੇ ਜਦੋਂ ਉਹਨਾਂ ਬੱਚਿਆਂ ਨੂੰ ਮੁਹਾਰਨੀ 'ਤੇ ਲਾਈਦਾ ਨਾ ਵੀ ਊੜਾ ਐੜਾ ਸੁਣਾਓ ਤੇ ਮੁਹਾਰਨੀ ਸੁਣਾਓ, ਉਹ 5-7 ਦਿਨ ਆਉਂਦੇ ਬੜਾ ਖੁਸ਼ ਹੋ ਗਏ। ਤੇ ਜਦੋਂ ਮੁਹਾਰਨੀ ਵਿੱਚ ਆ ਕੇ ਥੋੜ੍ਹੀ ਬ੍ਰੇਕ ਲੱਗ ਜਾਂਦੀ, ਉੱਥੇ ਮਿਹਨਤ ਕਰਨ ਦੀ ਲੋੜ ਪੈਂਦੀ ਹੈ, ਫਿਰ ਆਉਂਦੇ ਹੀ ਨਹੀਂ, ਛੱਡ ਹੀ ਜਾਂਦੇ। ਤੇ ਫਿਰ ਉਹ ਦੱਸਦੇ, ਕਹਿੰਦੇ ਵੀ ਫਲਾਣੇ ਥਾਂ 'ਤੇ ਕਲਾਸਾਂ ਲੱਗਦੀਆਂ, ਉਹ ਤੇ 1 ਮਹੀਨੇ ਵਿੱਚ ਹੀ ਸਾਰਾ ਨਿਤਨੇਮ ਕਰਾ ਦਿੰਦੇ। ਉਹ ਤੇ ਫਿਰ ਮਹੀਨੇ 'ਚ ਨਿਤਨੇਮ ਉਹੋ ਜਿਹਾ ਹੀ ਕਰਾਉਣਾ ਜਿਹੋ ਜਿਹਾ ਉਹਨਾਂ ਨੂੰ ਆਪ ਆਉਂਦਾ। ਨਾ ਉਹਨਾਂ ਆਪ ਮੁਹਾਰਨੀ ਪੜ੍ਹੀ ਹੈ ਤੇ ਨਾ ਉਹਨਾਂ ਗਾਂ ਕਿਸੇ ਨੂੰ ਪੜ੍ਹਾਉਣੀ ਹੈ। ਉਸ ਤਰ੍ਹਾਂ ਸਾਡੀ ਬਾਣੀ ਕਦੇ ਸ਼ੁੱਧ ਨਹੀਂ ਹੋਵੇਗੀ। ਜੇ ਸਾਨੂੰ ਮੁਹਾਰਨੀ ਪੜ੍ਹਨੀ ਆ ਗਈ, ਸਾਡਾ ਅੱਧਾ ਪਾਠ ਤੇ ਸ਼ੁੱਧ ਹੋ ਗਿਆ, ਕਿਉਂਕਿ ਸਾਨੂੰ ਆਪ ਨੂੰ ਸਮਝ ਪੈ ਗਈ ਨਾ ਵੀ ਇਹ ਲਗਾ ਮਾਤਰਾ ਕਿਵੇਂ ਲਾਉਣੀ ਹੈ। ਸੋਚੇ ਸੋਚ ਨਾ ਹੋਵਈ, ਤੇ ਸੋਚੈ ਸੋਚ ਨਾ ਹੋਵਈ। ਹੁਣ ਚੱਚੇ ਨੂੰ 2 ਦਲਾਵਾਂ ਨੇ। ਜੇ ਸਾਨੂੰ ਪਤਾ ਲੱਗ ਗਿਆ ਵੀ ਦਲਾਵਾਂ ਦਾ ਕੀ ਮਤਲਬ ਹੈ, ਤੇ ਫਿਰ ਅਸੀਂ ਪੜ੍ਹਾਂਗੇ ਸੋਚੈ, ਚੱਚੇ ਨੂੰ ਦਲਾਵਾਂ 'ਚ ਹੈ। ਤੇ ਜੇ ਸਾਨੂੰ ਨਹੀਂ ਪੜ੍ਹਨਾ ਆਉਂਦਾ, ਫਿਰ ਸੋਚੇ, ਫਿਰ ਤੇ ਜੋ ਮੂੰਹ 'ਚੋਂ ਨਿਕਲਿਆ। ਮਹਾਰਾਜ ਕਹਿਣ ਲੱਗੇ, ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ। ਤੇ ਬਹੁਤਾਤ ਪੜ੍ਹਨਗੇ, ਨਾਨਕ ਐਵੇਂ ਜਾਣੀਏ। ਜੇ ਨਾਨਕ ਨੂੰ ਐਵੇਂ ਹੀ ਜਾਣ ਲਿਆ ਤੇ ਫਿਰ ਮਿਲਣਾ ਉੱਥੋਂ ਕੀ ਹੈ? ਕੁਝ ਨਹੀਂ ਨਾ ਮਿਲੇਗਾ। ਏਵੈ ਜਾਣੀਐ, ਇਸ ਤਰੀਕੇ ਦੇ ਨਾਲ। ਗੁਰਮੁਖੋ ਇਹ ਬਚਨ ਨੇ ਮੁਹਾਰਨੀ ਦੇ। ਜਿੰਨਾ ਚਿਰ ਨਹੀਂ ਸਿੱਖਦੇ, ਕੋਈ ਬੰਦਾ ਇਹ ਨਹੀਂ ਕਹਿ ਸਕਦਾ ਕਿ ਮੈਨੂੰ 80 ਸਾਲ ਹੋ ਗਿਆ ਪਾਠ ਕਰਦਿਆਂ, ਮੈਨੂੰ 60 ਸਾਲ ਹੋ ਗਿਆ ਪਾਠ ਕਰਦਿਆਂ, ਮੈਂ ਇੰਨੇ ਅਖੰਡ ਪਾਠ ਕਰਤੇ, ਇੰਨੇ ਸਹਿਜ ਪਾਠ ਕਰਤੇ,
ਇੰਨਾ ਮੈਂ ਨਿਤਨੇਮ ਕਰ ਲਿਆ, ਇੰਨੇ ਸੁਖਮਨੀ ਸਾਹਿਬ ਦੇ ਪਾਠ ਕਰ ਲਏ, ਜਾਂ ਮੈਂ ਗੁਰਬਾਣੀ ਦੇ ਅਰਥ ਕਰਨ ਲੱਗ ਪਿਆ ਹਾਂ, ਵਿਆਖਿਆਕਾਰ ਵੀ ਬਣ ਗਿਆ ਹਾਂ, ਜੋ ਮਰਜ਼ੀ ਬਣ ਜਾਵੇ, ਜਿੰਨਾ ਚਿਰ ਉਹ ਮੁਹਾਰ ਨਹੀਂ ਪੜ੍ਹੇਗਾ ਨਹੀਂ, 100 ਸਾਲ ਤੱਕ ਵੀ ਪਾਠ ਕਰਦਾ ਰਹਿ, ਸ਼ੁੱਧ ਨਹੀਂ ਹੋਵੇਗਾ। ਰੋਹ ਵਿਚਾਰ ਇਹ ਲੈ ਗਿਆ ਗ੍ਰੰਥੀ ਸਿੰਘ ਦੇ ਕੋਲ, ਤੇ ਉਹ ਅੱਗੋਂ ਚੰਗਾ ਪੜ੍ਹਿਆ ਲਿਖਿਆ ਘੜਿਆ ਹੋਇਆ, ਤੇ ਉਹਨੇ ਆਖਿਆ ਵੀ ਆ ਫਿਰ ਬਾਪੂ ਪਹਿਲਾਂ ਮੁਹਾਰਨੀ ਤੈਨੂੰ ਪੜ੍ਹਾਈਏ। ਇੱਕ ਇੱਕ ਅੱਖਰ ਕਰਕੇ ਉਸਨੇ ਇਸ ਨੂੰ ਮੁਹਾਰਨੀ ਪੜ੍ਹਾਈ ਹੈ। ਕੇ ਤੱਕ ਦਿਨ ਨਾਵੇਂ ਤਿੰਨ ਲਿਖੇ, ਕਹਿਣ ਲੱਗੇ ਵੀ ਕੁਝ ਕੁ ਦਿਨ ਲੱਗੇ ਤੇ ਇਹ ਹੁਣ ਨਾਂ ਲਿਖਣ ਲੱਗ ਪਿਆ। ਇੰਨਾ ਕੁ ਇਹਨੂੰ ਲਿਖਣਾ ਆ ਗਿਆ ਵੀ ਨਾਂ ਲਿਖ ਲੈਂਦਾ ਸਿੱਧੇ ਸਿੱਧੇ ਅੱਖਰਾਂ ਵਿੱਚ। ਉਹ ਜਿਹੜਾ ਸਿੱਖਣ ਗਿਆ ਸੀ ਨਾ, ਪਹਿਲਾਂ ਅੱਖਰ ਸਿੱਖੇ, ਫਿਰ ਮੁਹਾਰਨੀ ਸਿੱਖੀ ਹੈ, ਤੇ ਫਿਰ ਸ਼ਬਦਾਂ ਦਾ ਜੋੜ ਘਟਾਓ। ਜਿਵੇਂ ਪਹਿਲਾਂ ਕੈਦਿਆਂ ਵਿੱਚ ਲਿਖਿਆ ਜਾਂਦਾ ਸੀ ਨਾ ਵੀ 3 ਅੱਖਰਾਂ ਦੇ ਸ਼ਬਦ ਕਿੰਨੇ ਹੀ ਪਾ ਦੇਣੇ, 4 ਅੱਖਰਾਂ ਦੇ ਰਲਦੇ ਮਿਲਦੇ ਪਾ ਦੇਣੇ, ਬੱਚਾ ਸੱਚੀ ਪੜ੍ਹ ਜਾਵੇ। ਇਹ ਹੁਣ ਅੱਖਰ ਪੜ੍ਹਨ ਲੱਗ ਪਿਆ, ਨਾ ਪੜ੍ਹ ਲੈਂਦਾ ਹੈ। ਸਤਿਗੁਰ ਵਿਦਿਆ ਮਹਾ ਸੁਖੇਨ, ਤੇ ਸਤਿਗੁਰਾਂ ਦੀ ਵਿਦਿਆ ਗੁਰਬਾਣੀ ਇਹੋ ਜੀ ਹੈ, ਜਿਹੜਾ ਗੁਰਬਾਣੀ ਦੇ ਲੜ ਲੱਗਦਾ ਬਾਣੀ ਫਿਰ ਉਹਦੀ ਬਾਹ ਫੜ ਲੈਂਦੀ ਹੈ। ਅਤ ਸ਼ੀਘਰ ਪ੍ਰਾਪਤ ਸੁਖ ਇਹ ਦੇਨ, ਗੁਰਬਾਣੀ ਬੜੀ ਛੇਤੀ ਫਿਰ ਸੁਖ ਦਿੰਦੀ ਹੈ। ਉਨ ਪੋਥੀ ਕੋ ਪਠਵੇ ਲਾਗੇ, ਤੇ ਫਿਰ ਹੌਲੀ ਹੌਲੀ ਪੋਥੀ ਪੜ੍ਹਨ ਲੱਗ ਪਿਆ, ਬੈਠ ਗਿਆ ਗੁੜਕਾ ਸਾਹਿਬ ਲੈ ਕੇ ਵੀ ਹੁਣ ਮੈਂ ਬਾਣੀ ਪੜ੍ਹ ਸਕਦਾ ਹਾਂ। ਤੁਕ ਪਠ ਪਠ ਮਨ ਬਹੁ ਅਨੁਰਾਗ, ਇੱਕ ਪੰਕਤੀ ਪੜ੍ਹਦਾ ਉਸੇ ਪੰਕਤੀ ਨੂੰ ਕਿੰਨਾ ਚਿਰ ਹੀ ਪੜ੍ਹੀ ਜਾਂਦਾ ਹੈ। ਨਜ਼ਾਰਾ ਹੀ ਇਹਨੂੰ ਬੜਾ ਆ ਰਿਹਾ, ਨਵੀਂ ਨਵੀਂ ਵਿਦਿਆ ਸਿੱਖੀ ਹੈ, ਤੇ ਸਿੱਖਦਿਆਂ ਨਾਲ ਹੀ ਬਾਣੀ ਪੜ੍ਹਨ ਲੱਗ ਪਿਆ। ਬਾਣੀ ਦਾ ਆਨੰਦ ਇੰਨਾ ਆਉਂਦਾ ਵੀ ਇੱਕ ਪੰਕਤੀ ਪੜ੍ਹਦਾ ਤੇ ਉਹਨੂੰ ਕਿੰਨੀ ਕਿੰਨੀ ਵਾਰੀ ਪੜ੍ਹੀ ਜਾਂਦਾ, ਆਨੰਦ ਲਈ ਜਾਂਦਾ ਪੜ੍ਹ ਪੜ੍ਹ ਕੇ, ਕਿ ਇਹੋ ਹੀ ਮੈਂ ਪ੍ਰਾਪਤ ਕਰਨਾ ਚਾਹੁੰਦਾ ਹਾਂ। ਪਠ ਕਰ ਅਪਰ ਸੁਲਗਿਓ ਆਨੰਦ, ਕਹਿਣ ਲੱਗੇ ਵੀ ਪੜ੍ਹਦਿਆਂ ਪੜ੍ਹਦਿਆਂ ਨਾ ਆਨੰਦ ਸਾਹਿਬ ਦੀ ਬਾਣੀ ਤੇ ਪਹੁੰਚ ਗਿਆ। ਆਨੰਦ ਸਾਹਿਬ ਦੀ ਬਾਣੀ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਆਪਣੇ ਪੋਤਰੇ ਭਾਈ ਆਨੰਦ ਦੇ ਨਾਮ ਦੇ ਉੱਪਰ ਇਹ ਬਾਣੀ ਰਚ ਕੇ ਸਿੱਖਾਂ ਨੂੰ ਬਖਸ਼ੀ। ਇਸ ਬਾਣੀ ਨੂੰ ਪੜ੍ਹਦਾ ਹੈ। ਪਹਿਲੀ ਤੁਕ ਪਠ ਲਹਿਓ ਆਨੰਦ, ਇਹਨੇ ਪਹਿਲੀ ਪੰਕਤੀ ਪੜ੍ਹੀ ਹੈ ਆਨੰਦ ਸਾਹਿਬ ਦੀ। ਰਾਮ ਕਲੀ ਮਹੱਲਾ ਤੀਜਾ, ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਸਤਿਗੁਰੂ ਮੈਂ ਪਾਇਆ। ਜਦੋਂ ਇਹ ਪੰਕਤੀ ਪੜ੍ਹੀ ਨਾ ਇਹਨੇ, ਤੇ ਕਹਿਣ ਲੱਗੇ ਫਿਰ ਉਸ ਵੇਲੇ ਬਹੁਰ ਨਾ ਗਇਓ ਗ੍ਰੰਥੀ ਪਾਸ, ਇਹਨੇ ਆਖਿਆ ਵੀ ਮੈਨੂੰ ਤੇ ਇੱਕ ਪੜ੍ਹਦੀ ਪੰਕਤੀ ਪੜ੍ਹਨੀ ਆ ਗਈ ਹੈ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਇਹ ਪੰਕਤੀ ਜਦੋਂ ਪੜ੍ਹਨੀ ਸਿੱਖ ਲਈ, ਬਾਅਦ ਵਿੱਚ ਗਿਆ ਹੀ ਨਹੀਂ ਸੰਥਿਆ ਕਰਨ। ਕਹਿਣ ਲੱਗਾ ਬਸ ਹੋਰ ਨਹੀਂ ਸੰਥਿਆ ਕਰਨੀ, ਆਪਣੇ ਘਰੇ ਹੀ ਬੈਠ ਗਿਆ। ਗੁਰਬਾਣੀ ਤੇ ਅਜੇ ਬੜੀ ਪਈ ਹੈ ਪੜ੍ਹਨ ਵਾਸਤੇ, ਸਿੱਖਣ ਵਾਸਤੇ। ਕਿ ਕੋਈ ਪੰਕਤੀ ਸਿੱਖੀ ਅੱਜ, ਉਹ ਪੰਕਤੀ ਸਿੱਖ ਕੇ ਤੇ ਘਰੇ ਹੀ ਬੈਠ ਗਿਆ, ਗਿਆ ਹੀ ਨਹੀਂ ਦੁਬਾਰਾ ਸਿੱਖਣ ਵਾਸਤੇ ਗ੍ਰੰਥੀ ਸਿੰਘ ਦੇ ਕੋਲ। ਵੱਧ ਪ੍ਰਤੀਤ ਚਿਤ ਜਗਤ ਉਦਾਸ, ਕਹਿਣ ਲੱਗੇ ਮਨ ਵਿੱਚ ਪ੍ਰੇਮ ਤੇ ਬੜਾ ਵਧਿਆ, ਤੇ ਸੰਸਾਰ ਵੱਲੋਂ ਉਦਾਸ ਹੋ ਗਿਆ, ਉਪਰਾਮ ਹੋ ਗਿਆ ਵੀ ਮੈਂ ਦੁਨੀਆ ਤੋਂ ਕੀ ਲੈਣਾ ਹੈ। ਕਬਹਿ ਦੇਗ ਤੇ ਭੋਜਨ ਖਾਏ, ਕਦੇ ਕਦੇ ਜਾਂਦਾ ਲੰਗਰ ਵਿੱਚ, ਹਰ ਵੇਲੇ ਉਹ ਪੰਕਤੀ ਪੜ੍ਹਦਾ ਰਹਿੰਦਾ, ਪੰਕਤੀ ਪੜ੍ਹਦਿਆਂ ਪੜ੍ਹਦਿਆਂ ਆਨੰਦ ਲੈਂਦਾ ਰਹਿੰਦਾ ਹੈ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਨਾਲ ਆਖਦਾ ਵਾਹਿਗੁਰੂ ਵਾਹਿਗੁਰੂ ਕਰਦਾ। ਕਦੇ ਕਦੇ ਲੰਗਰ ਵਿੱਚ ਚਲੇ ਜਾਂਦਾ ਤੇ ਪ੍ਰਸ਼ਾਦਾ ਛਕ ਲੈਂਦਾ ਹੈ। ਮਨ ਰਾਖਿਓ ਗੁਰ ਚਰਨ ਟਿਕਾਏ, ਮਨ ਇਹਨੇ ਟਿਕਾ ਕੇ ਰੱਖਿਆ, ਮਹਾਰਾਜ ਦੇ ਚਰਨਾਂ ਵਿੱਚ ਮਨ ਲਾਇਆ ਹੋਇਆ ਹੈ। ਖਸਟ ਮਾਸ ਜਬ ਹੀ ਬ੍ਰਿਤ ਗਏ, ਗੁਰਮੁਖੋ ਇੱਕ ਇੱਕ ਦਿਨ ਕਰਦਿਆਂ 6 ਮਹੀਨੇ ਲੰਘ ਗਏ। ਇਹ 6 ਮਹੀਨੇ ਉਸ ਬਾਬਾ ਜੀ ਦੇ ਕੋਲ ਨਹੀਂ ਗਿਆ ਸਿੱਖਣ ਵਾਸਤੇ, ਜਿਹਦੇ ਕੋਲ ਪਹਿਲੇ ਦਿਨ ਗਿਆ ਨਾ। ਜਿੰਨਾ ਸਿੱਖਣਾ ਸੀ ਸਿੱਖ ਲਿਆ। 6 ਮਹੀਨੇ ਬਾਅਦ ਜਿਹਨੇ ਆਖਿਆ ਵੀ ਲੰਮੀਆਂ ਛੁੱਟੀਆਂ ਪਾ ਦਿਓ, ਹੁਣ ਨਹੀਂ ਆਪਾਂ ਦੁਬਾਰਾ ਗਿਆ ਨਹੀਂ ਹੈ। ਸਤਿਗੁਰ ਸੇਕੋ ਸਿਮਰਤ ਭਏ, ਇੱਕ ਦਿਨ ਸਤਿਗੁਰਾਂ ਨੂੰ ਚੇਤੇ ਆ ਗਿਆ ਵੀ ਇੱਕ ਬੰਦਾ ਅਸੀਂ ਸੰਥਿਆ ਕਰਨ ਵਾਸਤੇ ਤੁਰਿਆ ਸੀ, ਆਪਣੇ ਗ੍ਰੰਥੀ ਸਿੰਘ ਨੂੰ ਆਖਿਆ ਸੀ ਵੀ ਇਹਨੂੰ ਭਾਈ ਪੜ੍ਹਾਓ, ਤੇ 6-7 ਮਹੀਨੇ 8 ਮਹੀਨੇ ਲੰਘ ਗਏ ਨੇ, ਨਾ ਉਹ ਗ੍ਰੰਥੀ ਸਿੰਘ ਮੁੜਿਆ ਤੇ ਨਾ ਹੀ ਉਹ ਸਿੱਖ ਮੁੜਿਆ ਬਾਣੀ ਸਿੱਖਣ ਵਾਲਾ। ਸਤਿਗੁਰੂ ਜੀ ਨੂੰ ਯਾਦ ਆਇਆ ਹੈ, ਨਿਕਟ ਗ੍ਰੰਥੀ ਕੋ ਬੁਲਵਾਏ, ਸਤਿਗੁਰਾਂ ਨੇ ਇੱਕ ਸਿੱਖ ਭੇਜ ਕੇ ਬੜੇ ਸਤਿਕਾਰ ਦੇ ਨਾਲ ਗੁਰੂ ਕਾ ਵਜ਼ੀਰ ਸਿੰਘ ਉਹਨੂੰ ਬੁਲਾ ਲਿਆ ਮਹਾਰਾਜ ਨੇ, ਜਿਹਨੂੰ ਜ਼ਿੰਮੇਵਾਰੀ ਦਿੱਤੀ ਸੀ ਵੀ ਤੂੰ ਪੜ੍ਹਾਉਣਾ ਹੈ। ਸਤਿਗੁਰਾਂ ਨੇ ਜਦੋਂ ਗ੍ਰੰਥੀ ਸਿੰਘ ਨੂੰ ਆਪਣੇ ਕੋਲ ਬੁਲਾਇਆ ਹੈ, ਬੂਝਿਓ ਸੇਕੋ ਕਿਤਕ ਪੜਾਏ, ਤੇ ਮਹਾਰਾਜ ਨੇ ਪੁੱਛਿਆ, ਕਹਿੰਦੇ ਵੀ ਤੈਨੂੰ ਇੱਕ ਸਿੱਖ ਦਿੱਤਾ ਸੀ ਪੜ੍ਹਾਉਣ ਵਾਸਤੇ, ਕਿੰਨਾ ਕੁ ਪੜ੍ਹ ਗਿਆ, ਕਿੰਨੀਆਂ ਕੁ ਪੋਥੀਆਂ ਪੜ੍ਹੀਆਂ, ਕਿੰਨੀ ਬਾਣੀ ਪੜ੍ਹ ਗਿਆ, ਕਿੰਨੀ ਬਾਣੀ ਸਿੱਖ ਲਈ ਹੈ, ਕਿੰਨੀ ਬਾਣੀ ਉਹਨੇ ਯਾਦ ਕਰ ਲਈ ਹੈ, ਕਿੰਨੀ ਉਹਨੇ ਸੰਥਿਆ ਕਰ ਲਈ ਹੈ, ਕਿੰਨੀ ਕੁ ਰਹਿ ਗਈ ਹੈ।
ਜਦੋਂ ਮਹਾਰਾਜ ਜੀ ਨੇ ਪੁੱਛਿਆ ਹੈ, ਤਿਨ ਕਰ ਜੋਰ ਹਕੀਕਤ ਕਹੀ। ਉਹ ਜਿਹੜਾ ਗ੍ਰੰਥੀ ਸਿੰਘ ਸੀ ਨਾ ਵਜ਼ੀਰ ਮਹਾਰਾਜ ਦਾ, ਉਹਨੇ ਹੱਥ ਜੋੜ ਕੇ ਆਖਿਆ, ਮਹਾਰਾਜ ਵੀ ਬੇਨਤੀ ਹੈ, ਆਪ ਜੀ ਸੁਣਨਾ ਕਰੋ। ਇੱਕ ਤੁਕ ਪਠ ਪੁਨ ਆਇਓ ਨਹੀਂ। ਉਹਨੇ ਸੱਚ ਹੀ ਦੱਸਿਆ, ਕਹਿਣ ਲੱਗਾ ਮਹਾਰਾਜ ਮੇਰਾ ਕੋਈ ਕਸੂਰ ਨਹੀਂ ਹੈ, ਮੈਂ ਤੇ ਸਮੇਂ ਤੇ ਕਲਾਸ ਲਾਉਂਦਾ ਸੀ, ਸਮਾਂ ਕੱਢ ਕੇ ਉਹਨੂੰ ਪੜਾਉਂਦਾ ਸੀ ਪੂਰੇ ਟਾਈਮ ਦੇ ਨਾਲ, ਪਰ ਮਹਾਰਾਜ ਉਹਨੇ ਮੇਰੇ ਕੋਲੋਂ ਪੰਕਤੀ ਇੱਕੋ ਹੀ ਸਿੱਖੀ ਹੈ ਤੇ ਉਦੋਂ ਮਗਰ ਉਹ ਆਇਆ ਹੀ ਨਹੀਂ। ਹੁਣ ਮੇਰਾ ਇਹ 'ਚ ਕਸੂਰ ਤੇ ਕੋਈ ਨਹੀਂ, ਜੇ ਮਹਾਰਾਜ ਆਉਂਦਾ ਤੇ ਮੈਂ ਤਾਂ ਹੀ ਪੜਾਉਂਦਾ ਨਾ। ਇੱਕ ਪੰਕਤੀ ਉਹ ਸਿੱਖ ਕੇ ਚਲਾ ਗਿਆ, ਉਦੋਂ ਮਗਰੋਂ ਉਹ ਸਿੱਖਣ ਵਾਸਤੇ ਆਇਆ ਨਹੀਂ ਹੈ। ਸੁਨ ਸਤਿਗੁਰ ਇੱਕ ਸਿੱਖ ਪਠਾਇਓ। ਮਹਾਰਾਜ ਬੜੇ ਹੈਰਾਨ ਹੋਏ ਵੀ ਉਹ ਤੇ ਆਖਦਾ ਸੀ ਵੀ ਮਹਾਰਾਜ ਮੈਨੂੰ ਛੇਤੀ ਸਿਖਾਓ ਤੇ ਮੈਂ ਬਾਣੀ ਪੜ੍ਹਨੀ ਹੈ, ਤੇ ਜੇ ਅਸੀਂ ਸਿਖਾਉਣ ਦਾ ਯਤਨ ਕੀਤਾ ਤੇ ਇੱਕ ਪੰਕਤੀ ਸੁਣ ਕੇ ਸਿੱਖ ਕੇ ਤੇ ਆਇਆ ਹੀ ਨਹੀਂ। ਮਹਾਰਾਜ ਨੇ ਆਪਣੇ ਕੋਲ ਇੱਕ ਸਿੱਖ ਬੈਠਾ ਸੀ, ਉਹਨੂੰ ਭੇਜਿਆ, ਕਹਿਣ ਲੱਗੇ ਜਾ ਉਹ ਫਲਾਣੀ ਥਾਂ ਤੇ ਉਹ ਸਿੱਖ ਰਹਿੰਦਾ ਹੈ, ਉਹਨੂੰ ਬੁਲਾ ਕੇ ਲਿਆ ਸਾਡੇ ਕੋਲ, ਵੀ ਦੁਬਾਰਾ ਕਿਉਂ ਨਹੀਂ ਆਇਆ ਹੈ। ਜਿਸ ਸਿੱਖ ਕੋ ਤਤਕਾਲ ਬੁਲਾਇਓ। ਉਹ ਜਿਹੜਾ ਸਿੱਖ ਇੱਕੋ ਪੰਕਤੀ ਪੜ੍ਹ ਕੇ ਬਾਅਦ ਚ ਨਹੀਂ ਨਾ ਆਇਆ ਪੜ੍ਹਨ ਵਾਸਤੇ, ਸਤਿਗੁਰਾਂ ਨੇ ਉਸ ਨੂੰ ਆਪਣੇ ਕੋਲ ਬੁਲਾ ਲਿਆ ਹੈ। ਖਰੋ ਜੋਰ ਕਰ ਹੀਰ ਅਲਾਇਓ। ਸਤਿਗੁਰਾਂ ਦੇ ਸਾਹਮਣੇ ਹੱਥ ਜੋੜ ਕੇ ਉਹ ਖੜ ਗਿਆ, ਤੇ ਜਦੋਂ ਮਹਾਰਾਜ ਨੇ ਵੇਖਿਆ ਵੀ ਇਹ ਉਹੀ ਹੈ ਜਿਹੜਾ ਇੱਕ ਦਿਨ ਗਿਆ ਤੇ ਉਦੋਂ ਮਗਰੋਂ ਗਿਆ ਹੀ ਨਹੀਂ, ਤੇ ਸਤਿਗੁਰੂ ਵੇਖ ਕੇ ਫਿਰ ਕਹਿਣ ਲੱਗੇ, ਹਾਨਾ ਕਹੋ ਸਿੱਖਾ ਤੂੰ ਪੜਨ ਪਠਾਇਓ। ਮਹਾਰਾਜ ਕਹਿਣ ਲੱਗੇ, ਉਹ ਸਿੱਖਾ ਤੈਨੂੰ ਤੇ ਅਸੀਂ ਭੇਜਿਆ ਸੀ ਪੜਨ ਵਾਸਤੇ ਵੀ ਤੂੰ ਪੜ੍ਹੇਗਾ, ਕੋਈ 4 ਅੱਖਰ ਸਿੱਖੇਗਾ, ਕੋਈ ਗੁਰਬਾਣੀ ਦੇ ਸ਼ਬਦ ਯਾਦ ਕਰੇਗਾ, ਕੋਈ ਗੁਰਬਾਣੀ ਨਿਤਨੇਮ ਵਾਸਤੇ ਪੜ੍ਹ ਲਵੇਂਗਾ, ਤੈਨੂੰ ਅਸੀਂ ਪੜਨ ਵਾਸਤੇ ਭੇਜਿਆ ਹੈ। ਕਹਿਓ ਏਕ ਤੁਕ ਮੈਂ ਪਠ ਲੀਨ। ਤੇ ਤੂੰ ਕਿੰਨਾ ਕੁ ਪੜਿਆ? ਉਹਨੇ ਹੱਥ ਜੋੜੇ, ਕਹਿਣ ਲੱਗਾ ਮਹਾਰਾਜ ਵੀ ਇਹ ਤਾਂ ਨਹੀਂ ਪਤਾ ਵੀ ਕਿੰਨਾ ਕੁ ਪੜਿਆ, ਪਰ ਮੈਂ ਮਹਾਰਾਜ ਇੱਕ ਪੰਕਤੀ ਪੜ੍ਹਨੀ ਸਿੱਖ ਲਈ ਹੈ, ਇੱਕ ਪੰਕਤੀ ਮੈਂ ਸਿੱਖ ਆਇਆ, ਇੱਕ ਪੰਕਤੀ ਮੈਂ ਪੜ੍ਹ ਲਈ ਹੈ। ਸਭ ਸੰਸੈ ਤੇ ਭਇਓ ਬਹੀਨ। ਮਹਾਰਾਜ ਜਦੋਂ ਮੈਂ ਇੱਕ ਪੰਕਤੀ ਪੜ੍ਹੀ ਹੈ ਤੇ ਮੇਰੇ ਤੇ ਮਨ ਦੇ ਸਾਰੇ ਸ਼ੰਕੇ ਜਿਹੜੇ ਸਨ ਟੁੱਟ ਗਏ ਪੰਕਤੀ ਪੜ੍ਹਦਿਆਂ ਨਾਲ ਹੀ। ਉਹ ਤੁਹਾਡੀ ਗੁਰਬਾਣੀ ਦੀ ਇੱਕ ਪੰਕਤੀ ਮੇਰੇ ਮਨ ਵਿੱਚ ਵਸ ਗਈ ਤੇ ਮੇਰੇ ਸਾਰੇ ਸ਼ੰਕੇ ਟੁੱਟ ਗਏ ਹਨ। ਜਬ ਸਿੱਖ ਨੇ ਸਤਿਗੁਰ ਕੋ ਪਾਇਓ। ਸਤਿਗੁਰੂ ਪਾਤਸ਼ਾਹ ਜੀ ਤੁਹਾਡੀ ਬਾਣੀ ਨੇ ਇਹ ਗੱਲ ਆਖੀ ਹੈ ਵੀ ਜਦੋਂ ਸਿੱਖ ਨੇ ਗੁਰੂ ਨੂੰ ਪਾ ਲਿਆ ਹੈ, ਭਇਓ ਆਨੰਦ ਕਸ਼ਟ ਨਹਿ ਆਇਓ। ਤੇ ਉਹਨੂੰ ਆਨੰਦ ਹੀ ਮਿਲਦਾ ਤੇ ਕਸ਼ਟ ਨਹੀਂ ਆਉਂਦਾ। ਬਚਨ ਸੀ ਨਾ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਬਚਨ ਇਹ ਪੜਿਆ ਸੀ ਨਾ ਵੀ ਸਤਿਗੁਰੂ ਮੈਂ ਪਾ ਲਿਆ ਤੇ ਮੈਨੂੰ ਹੁਣ ਆਨੰਦ ਹੀ ਆਨੰਦ ਪ੍ਰਾਪਤ ਹੋ ਗਿਆ ਤੇ ਦੁੱਖ ਤੇ ਸਾਰੇ ਸੰਕਟ ਹੋ ਗਿਆ ਦੂਰ। ਮਹਾਰਾਜ ਜਦੋਂ ਮੈਂ ਬਚਨ ਪੜਿਆ ਤੇ ਮੈਂ ਤੇ ਨਿਹਾਲ ਹੀ ਹੋ ਗਿਆ ਵੀ ਮੈਂ ਤੇ ਆਪ ਗੁਰੂ ਗੋਬਿੰਦ ਸਿੰਘ ਨੂੰ ਪਾ ਲਿਆ, ਤੇ ਮਹਾਰਾਜ ਨੇ ਮੈਨੂੰ ਆਨੰਦ ਬਖਸ਼ਿਸ਼ ਕਰ ਦਿੱਤਾ, ਮੁਕਤੀ ਦੇ ਦੇਣੀ ਹੈ, ਮੇਰੇ ਤੇ ਸੰਕਟ ਦੁੱਖ ਦੂਰ ਹੋ ਗਏ। ਜਦੋਂ ਮੈਂ ਇਹ ਪੰਕਤੀ ਪੜ੍ਹੀ ਹੈ ਤੇ ਮਹਾਰਾਜ ਮੈਂ ਤੇ ਆਨੰਦ ਦੇ ਸਮੇਤ ਹੋ ਗਿਆ ਹਾਂ। ਇਸ ਤੇ ਪਰੇ ਪ੍ਰਯੋਜਨ ਕੌਣ? ਮਹਾਰਾਜ ਇਹਦੇ ਤੋਂ ਪਰਾਂ ਤੇ ਮੇਰਾ ਕੋਈ ਪ੍ਰਯੋਜਨ ਹੈ ਹੀ ਨਹੀਂ, ਮੇਰਾ ਕੋਈ ਮਤਲਬ ਵਾਸਤਾ ਹੈ ਹੀ ਨਹੀਂ ਇਸ ਤੋਂ ਅੱਗੇ, ਹੋਰ ਮੈਂ ਕੀ ਕਰਨਾ? ਮੈਨੂੰ ਜੋ ਚਾਹੀਦਾ ਉਹ ਮਿਲ ਗਿਆ। ਬਾਣੀ ਇਹ ਗੱਲ ਕਹਿੰਦੀ ਆ ਵੀ ਸਤਿਗੁਰੂ ਨੂੰ ਪਾ ਲਿਆ ਹੈ ਤੇ ਆਨੰਦ ਪ੍ਰਾਪਤ ਹੋਇਆ, ਇਹੋ ਮੈਨੂੰ ਚਾਹੀਦਾ ਤੇ ਮੈਨੂੰ ਮਿਲਿਆ ਹੈ। ਜਿਸ ਹਿਤ ਪੜ੍ਹੈ ਜਾਨ ਗੁਰ ਭਾਉਨ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਜਿਸ ਵਾਸਤੇ ਹੋਰ ਅੱਗੇ ਪੜ੍ਹਿਆ ਜਾਵੇ, ਕਿਉਂਕਿ ਬਾਣੀ ਗੁਣਾਂ ਦਾ ਘਰ ਹੈ, ਪਰ ਮੈਂ ਤੇ ਇੱਕ ਤੁਕ ਦੇ ਅਭਿਆਸ ਨਾਲ ਹੀ ਜਾਣ ਲਿਆ ਬਾਣੀ ਸਾਰੀ ਗੁਣ ਦਿੰਦੀ ਹੈ। ਹੁਣ ਕੋਈ ਮਤਾ ਇਹ ਨਾ ਸਮਝ ਲਿਓ ਵੀ ਆਪਾਂ ਵੀ ਇੱਕ ਪੰਕਤੀ ਪੜ੍ਹ ਕੇ ਤੇ ਉੱਥੇ ਹੀ ਕਹਿ ਦੇਣਾ ਵੀ ਬਸ। ਗੁਰਬਾਣੀ ਸਾਰੀ ਗੁਣ ਦਿੰਦੀ ਹੈ ਸਾਨੂੰ, ਸਾਰੀ ਗੁਰਬਾਣੀ ਪੜ੍ਹੋਗੇ ਵੱਧ ਆਨੰਦ ਤੇ ਵੱਧ ਗੁਣ ਪ੍ਰਾਪਤ ਹੋਣਗੇ। ਪਰ ਇਹ ਸਿੱਖ ਦੀ ਭਾਵਨਾ ਕਹਿਣ ਲੱਗਾ ਜੀ ਮੈਂ ਤੇ ਇੱਕੋ ਹੀ ਪੰਕਤੀ ਸੁਣੀ ਹੈ ਤੇ ਮੈਨੂੰ ਉਸ ਪੰਕਤੀ ਦੇ ਉੱਪਰ ਇੰਨਾ ਭਰੋਸਾ ਵੱਜਾ ਕਿ ਸਾਰੇ ਗੁਣ ਮੈਨੂੰ ਮਿਲ ਗਏ ਹਨ। ਭਇਓ ਆਨੰਦਤ ਵਧੀ ਪ੍ਰਤੀ। ਮਹਾਰਾਜ ਮੈਂ ਤੇ ਆਨੰਦ ਦੇ ਸਮੇਤ ਹੋ ਗਿਆ ਤੇ ਮੇਰਾ ਤੇ ਭਰੋਸਾ ਬਹੁਤ ਵੱਧ ਗਿਆ ਹੈ। ਅਪਰ ਪੜਾਓ ਮੈਂ ਕਿਆ ਧਰ ਚੀਤ। ਸਤਿਗੁਰੂ ਹੋਰ ਮੈਂ ਕਿਉਂ ਪੜਾਂ? ਮਹਾਰਾਜ ਨੇ ਆਖਿਆ ਵੀ ਅੱਗੇ ਕੀ ਵਿਚਾਰ ਨੇ ਆਪਣੇ, ਨੇਕ ਵਿਚਾਰ ਦੱਸ ਵੀ ਤੇਰੇ ਵਿਚਾਰ ਅੱਗੇ ਕੀ? ਕਹਿਣ ਲੱਗਾ ਮਹਾਰਾਜ ਨੇਕ ਵਿਚਾਰ ਇਹ ਹੈ ਵੀ ਇਹਦੇ ਤੋਂ ਅੱਗੇ ਮੈਂ ਨਹੀਂ ਜੇ ਪੜ੍ਹਨਾ, ਨਾ ਮੈਨੂੰ ਪੜ੍ਹਨ ਦੀ ਲੋੜ ਹੈ। ਜੋ ਮੈਂ ਪੜ੍ਹਨਾ ਸੀ, ਜੋ ਮੈਂ ਸਿੱਖਣਾ ਸੀ, ਜੋ ਮੈਂ ਸਮਝਣਾ ਸੀ, ਉਹ ਮੈਂ ਇੱਕ ਪੰਕਤੀ ਤੋਂ ਹੀ ਸਮਝ ਗਿਆ, ਤੇ ਮਹਾਰਾਜ ਫਿਰ ਇਹਦੇ ਤੋਂ ਅੱਗੇ ਮੈਂ ਕਿਉਂ ਪੜ੍ਹਨਾ ਹੈ? ਸੁਨ ਸ਼੍ਰੀ ਮੁਖ ਤੇ ਹਸੇ ਗੁਸਾਈ। ਮਹਾਰਾਜ ਸੁਣ ਕੇ ਬਚਨ ਤੇ ਹੱਸ ਪਏ, ਬੜੇ ਖੁਸ਼ ਹੋ ਕੇ ਮਹਾਰਾਜ ਹੱਸੇ ਖਿੜਖੜਾ ਕੇ, ਕਹਿਣ ਲੱਗੇ ਵਾਹ ਉਹ ਭਲਿਆ, ਤੂੰ ਇੱਕ ਪੰਕਤੀ ਪੜ੍ਹ ਕੇ ਤੇ ਉੱਥੇ ਹੀ ਖਲੋ ਗਿਆ ਵੀ ਗਾਹ ਹੁਣ ਪੜ੍ਹਨਾ ਹੀ ਕੁਝ ਨਹੀਂ ਹੈ। ਮਹਾਰਾਜ ਬੜੇ ਖੁਸ਼ ਹੋਏ ਹਨ। ਭਏ ਪ੍ਰਸੰਨ ਹਿਰਦੇ ਸੁਖਦਾਈ। ਸਤਿਗੁਰੂ ਜੀ ਬੜੇ ਖੁਸ਼ ਹੋਏ, ਬੜੇ ਪ੍ਰਸੰਨ ਹੋਏ।
ਤੇ ਪ੍ਰਸੰਨ ਹੋ ਕੇ ਫਿਰ ਕਹਿਣ ਲੱਗੇ ਹਨ, ਜਾਨ ਪ੍ਰਤੀਤ ਭਈ ਮਨ ਪੀਨ। ਸਤਿਗੁਰਾਂ ਨੇ ਵੇਖ ਲਿਆ ਵੀ ਇਹਦਾ ਪੂਰਾ ਭਰੋਸਾ ਵੱਜ ਗਿਆ ਹੈ। ਗੱਲ ਤੇ ਗੁਰਮੁਖੋ ਭਰੋਸਾ ਵੱਜਣ ਦੀ ਹੈ। ਹੁਣ ਬਚਨ ਤੇ ਇਹ ਵੀ ਹੈ ਨਾ ਵੀ ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀਐ ਖਾਤ, ਪੜੀਏ ਜੇਤੇ ਬਰਸ ਬਰਸ, ਪੜੀਏ ਜੇਤੇ ਮਾਸ, ਪੜੀਏ ਜੇਤੀ ਆਰਜਾ, ਪੜੀਏ ਜੇਤੇ ਸਾਸ। ਬਾਣੀ ਦੇ ਬਚਨ ਨੇ ਵੀ ਪੜਦੇ ਜਿੰਨਾ ਮਰਜ਼ੀ ਰਹੋ, ਪਰ ਅਸਕਰ ਪੜਦਿਆਂ ਜੇ ਤੁਹਾਨੂੰ ਯਕੀਨ ਹੀ ਨਹੀਂ ਨਾ ਹੋਇਆ, ਭਰੋਸਾ ਹੀ ਨਹੀਂ ਵੱਜਾ, ਤੇ ਫਿਰ ਉਹ ਪੜਨ ਦਾ ਲਾਭ ਕੋਈ ਨਹੀਂ। ਪੜੋ ਜ਼ਰੂਰ, ਪਰ ਉਹਦੇ ਉੱਪਰ ਯਕੀਨ ਵੀ ਰੱਖੋ, ਭਰੋਸਾ ਵੀ ਰੱਖੋ, ਤੁਹਾਨੂੰ ਪ੍ਰਤੀਤ ਵੀ ਹੋਵੇ ਵੀ ਇਹ ਜੋ ਲਿਖਿਆ ਹੈ ਉਹ ਠੀਕ ਲਿਖਿਆ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਤੇਰੇ ਮਨ ਵਿੱਚ ਪ੍ਰਤੀਤ ਆ ਗਈ ਹੈ, ਤੇਰੇ ਮਨ ਵਿੱਚ ਭਰੋਸਾ ਆ ਗਿਆ ਹੈ। ਤੇ ਜਿਨ੍ਹਾਂ ਦੇ ਮਨ ਵਿੱਚ ਭਰੋਸਾ ਆ ਜਾਂਦਾ ਹੈ, ਭਇਓ ਨਿਹਾਲ ਪ੍ਰਭੂ ਬਰਦੀਨ। ਸਤਿਗੁਰੂ ਪਾਤਸ਼ਾਹ ਇਹਦੀ ਐਸੀ ਭਾਵਨਾ ਵੇਖ ਕੇ ਨਾ ਮਹਾਰਾਜ ਨੇ ਕਿਰਪਾ ਦ੍ਰਿਸ਼ਟੀ ਦੇ ਨਾਲ ਤੱਕਿਆ ਇਹਦੇ ਵੱਲ। ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁਖ ਵਿਦਾਰਿਓ। ਸਤਿਗੁਰਾਂ ਨੇ ਇਹਦੇ ਦੁੱਖ ਹੀ ਦੂਰ ਕਰ ਦਿੱਤੇ ਵੇਖ ਕੇ। ਕਹਿਣ ਲੱਗੇ, ਜੇ ਤੂੰ ਇੱਕ ਪੰਕਤੀ ਪੜ੍ਹ ਕੇ ਨਿਹਾਲ ਹੋ ਗਿਆ ਨਾ, ਚੱਲ ਫਿਰ ਤੇਰੇ ਤੇ ਬਖਸ਼ਿਸ਼ ਕਰੀਏ, ਤੈਨੂੰ ਨਿਹਾਲ ਕਰ ਦਈਏ। ਮਿਹਰ ਦੀ ਨਜ਼ਰ ਦੇ ਨਾਲ ਤੱਕ ਕੇ ਸਿੱਖ ਨੂੰ ਨਿਹਾਲ ਕੀਤਾ ਹੈ। ਸੁਨ ਸਿੱਖ ਨੇ ਬੰਧਨ ਪਦ ਕੀਨ। ਜਦੋਂ ਸਿੱਖ ਨਿਹਾਲ ਹੋ ਗਿਆ, ਨਮਸਕਾਰਾ ਕੀਤਾ। ਭਾਈ ਗੁਰੂ ਸਮਰੱਥ ਹੈ, ਜੋ ਚਾਹਵੇ ਉਹ ਕਰ ਸਕਦਾ ਹੈ। ਮਾਤਾ ਤ੍ਰਿਪਤਾ ਜੀ ਕਹਿਣ ਲੱਗੇ, ਤੁਲਸਾ ਦਾਈ ਨੂੰ ਕਹਿਣ ਲੱਗੇ, ਜਾਓ ਸਾਡੇ ਪੁੱਤਰ ਨੂੰ ਜਗਾ ਦਿਓ, ਸੁੱਤੇ ਹੋਏ ਨੇ, ਪ੍ਰਸ਼ਾਦਾ ਛਕ ਲੈਣ। ਜਦੋਂ ਤੁਲਸਾ ਦਾਈ ਗਈ ਨਾ ਸਤਿਗੁਰਾਂ ਨੂੰ ਉਠਾਉਣ ਵਾਸਤੇ, ਤੇ ਚਾਦਰ ਦੇ ਵਿੱਚੋਂ ਮਹਾਰਾਜ ਦੇ ਪੈਰ ਦਾ ਅੰਗੂਠਾ ਬਾਹਰ ਹੈ। ਤੇ ਸਤਿਗੁਰਾਂ ਦੇ ਅੰਗੂਠੇ ਵੱਲ ਵੇਖ ਕੇ ਉਹਦੇ ਮਨ ਵਿੱਚ ਬੜੀ ਸ਼ਰਧਾ ਵਧੀ, ਬੜਾ ਪ੍ਰੇਮ ਜਾਗਿਆ। ਉਹਨੇ ਅੰਗੂਠਾ ਹੀ ਜਾ ਕੇ ਮੂੰਹ ਵਿੱਚ ਪਾ ਲਿਆ। ਜਦੋਂ ਅੰਗੂਠਾ ਮੂੰਹ ਵਿੱਚ ਪਾਇਆ ਤੇ ਤਿੰਨਾਂ ਲੋਕਾਂ ਦਾ ਗਿਆਨ ਹੋ ਗਿਆ, ਕਪਾਟ ਖੁੱਲ ਗਏ, ਤਿੰਨਾਂ ਲੋਕਾਂ ਦੀ ਸੋਝੀ ਆ ਗਈ ਉਸੇ ਵੇਲੇ। ਤੇ ਐਸੀ ਸੋਝੀ ਦੇ ਨਾਲ ਇਹਨੇ ਤੱਕਿਆ ਵੀ ਮਹਾਰਾਜ ਤੇ ਕਿਸੇ ਦਾ ਬੇੜਾ ਬੰਨੇ ਲਾਉਂਦੇ ਪਏ, ਉਠਾਉਣਾ ਠੀਕ ਨਹੀਂ ਹੈ। ਵਾਪਸ ਆ ਗਈ। ਮਾਤਾ ਜੀ ਨੇ ਪੁੱਛਿਆ, ਉਠਾਇਆ ਨਹੀਂ? ਕਹਿਣ ਲੱਗੇ, ਮਾਤਾ ਜੀ ਉਹ ਤੇ ਕਿਸੇ ਦਾ ਡੁੱਬਦਾ ਬੇੜਾ ਬੰਨੇ ਲਾਉਂਦੇ ਪਏ। ਆਖਿਆ ਤੇ ਸੱਚ, ਕਿਉਂਕਿ ਉਹਨੇ ਵੇਖ ਲਿਆ, ਉੱਤੇ ਕਿਰਪਾ ਹੋ ਗਈ। ਮਾਤਾ ਜੀ ਨੂੰ ਇਹ ਲੱਗਿਆ ਵੀ ਇਹਨੇ ਮਖੌਲ ਕੀਤਾ ਸਾਨੂੰ, ਵੀ ਸਾਡਾ ਪੁੱਤਰ, ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਜ਼ਿਆਦਾਤਰ ਘਰ ਵਿੱਚ ਰਹਿੰਦੇ ਜਾਂ ਬਾਹਰ ਕਿਤੇ ਬੀਆਬਾਨ ਵਿੱਚ ਬੈਠੇ ਰਹਿੰਦੇ, ਤੇ ਜਿਹੜਾ ਵੀ ਕੰਮ ਕਰਦੇ ਮਹਾਰਾਜ ਤੇ ਠੀਕ ਕਰਦੇ। ਲੋਕਾਂ ਨੂੰ ਲੱਗਦਾ ਵੀ ਇਹ ਪੁੱਠਾ ਹੀ ਕੰਮ ਕਰਦਾ ਹੈ। ਜਿਵੇਂ ਮੰਨ ਲਓ ਮੱਝਾਂ ਚਾਰਨ ਗਏ ਤੇ ਉਹ ਮੱਝਾਂ ਨੇ ਖੇਤ ਖਾ ਲਿਆ, ਲੋਕਾਂ ਨੇ ਮਖੌਲ ਬਣਾ ਲਿਆ ਵੀ ਆਹ ਵੇਖੋ ਕਿਸ ਤਰ੍ਹਾਂ ਦਾ ਨਲਾਇਕ ਪੁੱਤਰ ਹੈ, ਇਹ ਤਾਂ ਲੋਕਾਂ ਦੀਆਂ ਫਸਲਾਂ ਉਜਾੜਦਾ ਪਿਆ। ਜੇ ਸੱਚਾ ਸੌਦਾ ਕਰਨ ਵਾਸਤੇ ਤੋਰਿਆ ਤੇ ਭੁੱਖੇ ਸਾਧੂਆਂ ਨੂੰ ਲੰਗਰ ਛਕਾਇਆ, ਪਰ ਲੋਕੀ ਫਿਰ ਵੀ ਹੱਸਦੇ, ਕਹਿਣ ਲੱਗੇ ਤੇ ਘਰ ਦੀ ਰਕਮ ਗਵਾਇਆ। ਲੋਕ ਇਸ ਤਰ੍ਹਾਂ ਜਾਣਦੇ ਸਨ। ਹੁਣ ਉਸ ਤੁਲਸਾ ਨੇ ਤੇ ਸਹੀ ਬਚਨ ਆਖਿਆ ਵੀ ਇਹ ਬੇੜਾ ਬੰਨੇ ਲਾਉਂਦੇ ਪਏ। ਮਾਤਾ ਜੀ ਨੂੰ ਲੱਗਿਆ ਵੀ ਇਹ ਮਖੌਲ ਕਰਦੀ ਹੈ, ਸਾਡੇ ਪੁੱਤਰ ਨੂੰ ਵਿਹਲਾ ਵੇਖ। ਤੇ ਜਾ ਕੇ ਉਹਨਾਂ ਨੇ ਉਠਾ ਦਿੱਤਾ। ਆਪ ਕਹਿਣ ਲੱਗੀ, ਪੁੱਤਰ ਹੁਣ ਤੇ ਘਰ ਦੇ ਨੌਕਰ ਵੀ ਮਖੌਲ ਕਰਨ ਲੱਗ ਪਏ। ਇਹ ਬਚਨ ਜਿਹਦੇ ਤੇ ਗੁਰੂ ਕਿਰਪਾ ਕਰੇ, ਉਹ ਇੱਕ ਪੰਕਤੀ ਦੇ ਨਾਲ ਹੀ ਨਿਹਾਲ ਹੋ ਜਾਂਦਾ। ਇੱਕ ਪੰਕਤੀ ਨਾ ਵੀ ਪੜ੍ਹੇ, ਗੁਰੂ ਦੇ ਚਰਨ ਸਪਰਸ਼ ਕਰਕੇ ਹੀ ਨਿਹਾਲ ਹੋ ਜਾਂਦਾ ਹੈ। ਤੁਲਸਾ ਦਾਸੀ ਨੇ ਕਿਹੜਾ ਪੰਕਤੀ ਪੜ੍ਹੀ ਹੈ? ਉਹਨੇ ਤੇ ਚਰਨੀ ਸਪਰਸ਼ ਕੀਤੇ ਮਹਾਰਾਜ ਦੇ, ਤੇ ਇਹਨੇ ਨਾਲ ਹੀ ਉਹ ਨਿਹਾਲ ਹੋ ਗਈ। ਇਹ ਤੇ ਗੁਰੂ ਦੀ ਮਿਹਰਮਤ ਹੈ ਕਿ ਉਸਨੇ ਕਦੋਂ ਕਰਨੀ ਹੈ, ਜਦੋਂ ਉਹਨੇ ਕਿਰਪਾ ਕਰਨੀ ਹੈ। ਅਨਪੜ੍ਹ ਤੇ ਵੀ ਹੋ ਜਾਣੀ ਹੈ, ਤੇ ਜੇ ਨਹੀਂ ਹੋਣੀ ਤੇ ਭਾਵੇਂ ਜਿੰਨੇ ਮਰਜ਼ੀ ਗ੍ਰੰਥ ਪੜ੍ਹ ਕੇ ਜ਼ੁਬਾਨੀ ਯਾਦ ਕਰ ਲਾ, ਨਹੀਂ ਹੋਵੇਗੀ। ਰਾਵਣ ਕੋਈ ਘੱਟ ਥੋੜ੍ਹੀ ਪੜ੍ਹਿਆ ਹੋਇਆ। ਰਾਵਣ ਨੂੰ ਚਾਰੇ ਵੇਦ ਜ਼ੁਬਾਨੀ ਯਾਦ ਨੇ, ਪਰ ਕਿਰਪਾ ਤੋਂ ਖਾਲੀ ਹੈ। ਮੂਰਖ ਰਾਵਣ, ਉਹਨੂੰ ਦੁਨੀਆ ਨੇ ਮੂਰਖ ਆਖਿਆ, ਗ੍ਰੰਥ ਪੜ੍ਹਿਆ ਹੋਇਆ। ਚਾਰੇ ਵੇਦ ਬਖਾਣਦਾ, ਚਤੁਰਮੁਖੀ ਹੋਏ ਖੜਾ ਸਿਆਣਾ, ਲੋਕਾਂ ਨੂੰ ਸਮਝਾਏਦਾ, ਦੇਖ ਸੁਰਸਤੀ ਰੂਪ ਲੁਭਾਣਾ। ਦੁਨੀਆ ਦੇ ਲੋਕ ਆਖਦੇ ਵੀ ਬ੍ਰਹਮਾ ਜ਼ੁਬਾਨੀ ਵੇਦ ਪੜ੍ਹ ਪੜ੍ਹ ਕੇ ਸੁਣਾਉਂਦਾ, ਪਰ ਹਿੰਦੁਸਤਾਨ ਦੀ ਧਰਤੀ ਤੇ ਇੱਕੋ ਹੀ ਮੰਦਰ ਹੈ ਬਰਮਾ ਦਾ, ਹੋਰ ਕੋਈ ਮੰਦਰ ਹੀ ਨਹੀਂ ਬਣ ਸਕਿਆ। ਉਹਦੀ ਗਲਤੀ ਏਡੀ ਵੱਡੀ ਦੁਨੀਆ ਦੇ ਸਾਹਮਣੇ ਆ ਗਈ, ਲੋਕੀ ਪੂਜਣਾ ਹੀ ਛੱਡ ਗਏ। ਜ਼ਰੂਰੀ ਨਹੀਂ ਕਿ ਬਹੁਤੇ ਗ੍ਰੰਥ ਪੜ੍ਹਿਆ ਜਿਹੜਾ ਹੈ ਉਹ ਬੜਾ ਅਕਲਮੰਦ ਹੋਵੇਗਾ। ਗੱਲ ਤੇ ਭਾਵਨਾ ਦੀ ਹੈ। ਜਿਹਦੇ ਕੋਲ ਭਾਵਨਾ ਹੈ ਉਹ ਥੋੜ੍ਹਾ ਪੜ੍ਹਿਆ ਵੀ ਭਾਵਨਾ ਦੇ ਨਾਲ ਮੁਕਤ ਹੈ। ਜਿਹਦੇ ਕੋਲ ਭਾਵਨਾ ਨਹੀਂ, ਉਹ ਭਾਵੇਂ ਜਿੰਨਾ ਵੀ ਪੜ੍ਹ ਜਾਵੇ
ਉਹ ਖਾਲੀ ਦਾ ਖਾਲੀ ਹੈ। ਸਤਿਗੁਰਾਂ ਨੇ ਇਸ ਦੀ ਭਾਵਨਾ ਨੂੰ ਵੇਖ ਕੇ ਨਿਹਾਲ ਕਰ ਦਿੱਤਾ ਹੈ। ਭਇਓ ਗਿਆਨ ਦੁਬਿਧਾ ਸਭ ਛੀਨ, ਇਸ ਨੂੰ ਗਿਆਨ ਹੋ ਗਿਆ, ਦੁਬਿਧਾ ਸਾਰੀ ਨਾਸ ਹੋ ਗਈ ਹੈ। ਸਭਾ ਲੱਗੀ ਇੱਕ ਦਿਨ ਗੁਰ ਪਾਸ, ਸਤਿਗੁਰਾਂ ਦੇ ਕੋਲ ਅੱਜ ਫਿਰ ਦੀਵਾਨ ਸਜਿਆ। ਅਗਲਾ ਦਿਨ ਚੜਿਆ, ਫਿਰ ਦੀਵਾਨ ਸਜਿਆ ਹੈ। ਹਰ ਚਰਚਾ ਤਬ ਭਈ ਪ੍ਰਕਾਸ਼, ਸਤਿਗੁਰਾਂ ਦੇ ਕੋਲ ਅੱਜ ਨਾ ਹਰੀ ਹਰ ਪਰਮੇਸ਼ਰ ਦੀ ਚਰਚਾ ਸ਼ੁਰੂ ਹੋ ਗਈ। ਬੜੇ ਗਿਆਨੀ ਧਿਆਨੀ ਸਿੱਖ ਕੋਲ ਬੈਠੇ ਅਕਾਲ ਪੁਰਖ ਦੀ ਗੱਲ ਕਰਦੇ ਹਨ। ਸੁਮਤਵੰਤ ਬਹੁ ਮਤ ਕੇ ਸਿਆਣੇ, ਬੜੇ ਸਿਆਣੇ ਪੁਰਸ਼ ਮਹਾਰਾਜ ਦੇ ਕੋਲ ਬੈਠੇ ਹਨ। ਸਿਆਣੀ ਸਿਆਣੀ ਬਾਤ ਬਖਾਨੇ, ਆਪਣੇ ਆਪ ਦੇ ਕੋਲੋਂ ਬੜੀਆਂ ਸਿਆਣੀਆਂ ਗੱਲਾਂ ਮਹਾਰਾਜ ਨਾਲ ਕਰਦੇ ਹਨ। ਕਰਿਓ ਪ੍ਰਸ਼ਨ ਗੁਰ ਸਭ ਦਿਸ਼ ਜੋਵਾ, ਸਤਿਗੁਰਾਂ ਨੇ ਸਾਰਿਆਂ ਵੱਲ ਵੇਖਿਆ। ਜਦੋਂ ਬਹੁਤੀਆਂ ਵੱਡੀਆਂ ਗੱਲਾਂ ਕਈ ਮੇਰੇ ਵਰਗੇ ਬੈਠੇ ਕਰਦੇ ਪਏ, ਬੜੇ ਗਿਆਨ ਧਿਆਨ ਦੀਆਂ ਗੱਲਾਂ, ਮਹਾਰਾਜ ਨੇ ਵੇਖਿਆ ਵੀ ਇਹਨਾਂ ਦੀ ਪਰਖ ਤੇ ਕਰਨੀ ਚਾਹੀਦੀ ਹੈ ਨਾ, ਵੀ ਕੱਲੀਆਂ ਗੱਲਾਂ ਕਿ ਕੁਝ ਇਹਨਾਂ ਦੇ ਪੱਲੇ ਵੀ ਹੈ। ਸਤਿਗੁਰਾਂ ਨੇ ਸਾਰੀ ਸੰਗਤ ਵੱਲ ਵੇਖ ਕੇ ਕਹਿਣ ਲੱਗੇ ਵੀ ਇੱਕ ਤੁਹਾਨੂੰ ਸਵਾਲ ਪੁੱਛਣਾ ਭਾਈ, ਤੁਹਾਡੇ ਵਿੱਚੋਂ ਹੈ ਕੋਈ ਸਾਡੇ ਸਵਾਲ ਦਾ ਜਵਾਬ ਦੇਵੇ। ਸਾਰਿਆਂ ਨੇ ਧਿਆਨ ਕੀਤਾ ਗੁਰੂ ਗੋਬਿੰਦ ਸਿੰਘ ਦੇ ਵੱਲ ਤੇ ਸਾਰਿਆਂ ਨੇ ਆਖਿਆ ਮਹਾਰਾਜ ਪੁੱਛੋ, ਸਾਨੂੰ ਬੜਾ ਗਿਆਨ ਹੈ, ਅਸੀਂ ਤੁਹਾਨੂੰ ਜਵਾਬ ਦੇਵਾਂਗੇ। ਤੇ ਸਤਿਗੁਰੂ ਸਾਰਿਆਂ ਨੂੰ ਸੁਣਾ ਕੇ ਪੁੱਛਣ ਲੱਗੇ ਹਨ। ਭਗਤ ਕਬੀਰ ਜਬਹਿ ਜਗ ਹੋਵਾ, ਸਤਿਗੁਰੂ ਕਹਿਣ ਲੱਗੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਭਗਤ ਕਬੀਰ ਸਾਹਿਬ ਦੀ ਬਾਣੀ ਹੈ। ਸਾਰਿਆਂ ਨੇ ਆਖਿਆ ਵੀ ਹੈ ਮਹਾਰਾਜ, ਅਸੀਂ ਪੜ੍ਹੀ ਹੈ, ਅਸੀਂ ਪੜ੍ਹਦੇ ਹਾਂ। ਮਹਾਰਾਜ ਕਹਿੰਦੇ ਠੀਕ, ਤੁਸੀਂ ਪੜ੍ਹਦੇ ਹੋ। ਇੱਕ ਭਗਤ ਕਬੀਰ ਸਾਹਿਬ ਦੇ ਨਾਮ ਦੇ ਭਗਤ ਹੋਏ ਹਨ। ਕੋ ਤਬ ਪਾਤਸ਼ਾਹ ਭੁਵ ਮਾਲਿਕ, ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਇਹ ਦੱਸੋ ਵੀ ਭਗਤ ਕਬੀਰ ਸਾਹਿਬ ਕਦੋਂ ਹੋਏ। ਇੱਕ ਤੇ ਇਹ ਦੱਸੋ ਵੀ ਉਹਨਾਂ ਦਾ ਜਨਮ ਕਦੋਂ ਹੋਇਆ, ਉਹ ਕਿੱਥੇ ਰਹਿੰਦੇ ਸਨ। ਤੇ ਦੂਜਾ ਸਵਾਲ ਇਹ ਹੈ, ਜਦੋਂ ਭਗਤ ਕਬੀਰ ਜੀ ਹੋਏ ਨੇ ਉਦੋਂ ਇਸ ਧਰਤੀ ਦਾ ਰਾਜਾ ਕੌਣ ਸੀ। ਦੋਨਾਂ ਗੱਲਾਂ ਦਾ ਜਵਾਬ ਦਿਓ। ਇੱਕ ਤੇ ਭਗਤ ਕਬੀਰ ਜੀ ਜਦੋਂ ਹੋਏ ਉਹ ਕਦੋਂ ਹੋਏ, ਤੇ ਜਦੋਂ ਉਹ ਹੋਏ ਨੇ ਉਦੋਂ ਧਰਤੀ ਦਾ ਰਾਜਾ ਕੌਣ ਹੈ, ਬਾਦਸ਼ਾਹੀ ਕਿਹਦੀ ਹੈ। ਇਸ ਗੱਲ ਦਾ ਸਾਨੂੰ ਜਵਾਬ ਦਿਓ ਜੇ ਕਿਸੇ ਨੂੰ ਪਤਾ ਹੈ। ਇਹ ਸਿੱਖ ਹੁਣ ਕਿਵੇਂ ਜਵਾਬ ਦਿੰਦੇ ਨੇ ਤੇ ਮਹਾਰਾਜ ਕਿਵੇਂ ਇਹਨਾਂ ਨੂੰ ਉੱਤਰ ਦੇਣਗੇ, ਇਹਦੇ ਵਿੱਚੋਂ ਕੀ ਸਿੱਖਿਆ ਮਿਲੇਗੀ, ਕੱਲ ਨੂੰ ਫਿਰ ਸਰਵਨ ਕਰਾਂਗੇ। ਲੇਖਾ ਕਤਹਿ ਨ ਛੂਟੀਐ, ਬਖਸ਼ਨਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰ।